ਦੋਸਤੋ ਅੱਜ ਨਵੀਂ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਪਹਿਚਾਨ ਕਰਾਉਣ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ। ਪੂਰੀ ਦੁਨੀਆ 'ਚ ਹੀ ਫੇਮਸ ਨੇ, ਪੂਰੇ ਇੰਡੀਆ 'ਚ ਹੀ ਫੇਮਸ ਨੇ। ਆਪਣੇ ਪਵਨ ਬੰਸਲ ਜੀ ਜੋ ਸਾਬਕਾ ਰੇਲਵੇ ਮੰਤਰੀ ਰਹਿ ਚੁੱਕੇ ਨੇਗੇ, ਉਹਨਾਂ ਦੇ ਸੁਪੁੱਤਰ ਮਨੀਸ਼ ਬੰਸਲ ਜੀ, ਜਿਨ੍ਹਾਂ ਨੂੰ ਜਾਣ ਪਹਿਚਾਣ ਕਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਹੀ ਇਲੈਕਸ਼ਨ ਦੇ ਸਮੇਂ MLA ਇਲੈਕਸ਼ਨ ਜੋ ਟਿਕਟ ਇਹਨਾਂ ਨੂੰ ਕਾਂਗਰਸੀ ਟਿਕਟ ਮਿਲੀ ਸੀ, ਆਪਣੇ ਹਲਕਾ ਬਰਨਾਲਾ ਵਿੱਚ ਲੜੇ ਸੀਗੇ ਟਿਕਟ ਤੇ ਉਹ ਅਲੱਗ ਚੀਜ਼ ਹੈ ਕਿ ਜੋ ਹਵਾ ਸੀਗੀ ਉਹ ਕੁਝ ਹੋਰ ਸੀਗੀ, ਨਤੀਜਾ ਕੁਝ ਹੋਰ ਨਿਕਲਿਆ। ਪਰ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਬੜੀ ਆਪਣੀ ਪਹਿਚਾਣ ਬਣਾ ਲਈ ਆਪਣੇ ਹਲਕੇ ਵਿੱਚ, ਜ਼ਿਲ੍ਹੇ ਵਿੱਚ। ਉੱਥੇ ਜਿਹੜੀ ਕਮੀਆਂ ਨੇਗੀਆਂ ਉਹਨਾਂ ਬਾਰੇ ਜਾਣਾਂਗੇ। ਉਹ ਕਮੀਆਂ ਜਿਹੜੀ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਨੇ, ਉਹ ਹਜੇ ਤੱਕ ਵੀ ਕਿਉਂ ਨੇਗੀਆਂ, ਕੀ ਕਾਰਨ ਨੇ ਜਿਹੜੇ ਆਪਸ 'ਚ ਪਾੜ ਹੋਏ ਪਏ ਨੇ ਪਾਰਟੀ ਦੇ ਪ੍ਰਤੀ, ਉਹ ਕਿਉਂ ਨੇ, ਕੀ ਕਾਰਨ ਨੇਗੇ ਸਟੇਟ ਦੇ ਵਿੱਚ ਵੀ ਤੇ ਪੂਰੀ ਆਪਾਂ ਸੈਂਟਰ ਦੀ ਗੱਲ ਕਰਾਂਗੇ। ਸਰ ਨਮਸਕਾਰ ਜੀ। ਸਰ ਬਹੁਤ ਬਹੁਤ ਧੰਨਵਾਦ ਜੀ। ਮਨੀਸ਼ ਜੀ, ਪਹਿਲਾ ਸਵਾਲ ਸਾਡਾ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕਿ ਯੂਥ ਦੇ ਰਹਿ ਚੁੱਕੇ ਹੋਗੇ ਕਾਂਗਰਸ ਪਾਰਟੀ ਨੇ, ਯੂਥ ਤੌਰ ਤੇ ਵੀ ਪਹਿਲਾਂ ਬੜਾ ਕੰਮ ਕਰ ਚੁੱਕੇ ਹੋਗੇ। ਮੈਂ ਪੰਜਾਬ ਯੂਥ ਕਾਂਗਰਸ ਦਾ ਪਹਿਲਾਂ ਟ੍ਰੈਜਰਰ ਹੁੰਦਾ ਸੀ ਜੀ। ਨਾਲ ਹੀ ਬਿਜ਼ਨਸ ਤੌਰ ਤੇ ਵੀ ਤੁਸੀਂ ਬੜੇ ਪਹਿਚਾਨੇ ਹੋਏ। ਮੈਂ ਜੀ ਪਹਿਲਾਂ ਤਾਂ ਐਕਚੁਅਲੀ ਮੈਂ ਪ੍ਰੈਕਟਿਸ ਕਰਦਾ ਸੀ, ਮੈਂ ਆਪਣੇ ਹਾਈ ਕੋਰਟ ਵਿੱਚ, ਤੇ ਬਾਅਦ ਚ ਮੈਂ ਬਿਜ਼ਨਸ ਚ ਆਇਆ ਸੀਗਾ। ਬਾਅਦ ਚ ਬਿਜ਼ਨਸ ਚ ਆਇਆ ਜੀ। ਇਸ ਤਰ੍ਹਾਂ ਕੀ ਮਤਲਬ ਕਾਰਨ ਹੋਇਆ ਸੀ ਵੀ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਹਲਕਾ ਤੁਸੀਂ ਚੁਣਿਆ ਹੈਗਾ, ਕਿਉਂਕਿ ਐਡੀ ਵੱਡੀ ਨਹੀਂ ਜੀ, ਸਾਡਾ ਪੁਰਾਣਾ ਹਲਕਾ ਹੈ। ਉਹੀ ਅਸੀਂ ਪੁੱਛਣਾ ਵੀ ਕੀ ਤੁਹਾਡਾ ਜਿਹੜਾ ਬੈਕਗ੍ਰਾਉਂਡ ਹੋਵੇਗਾ ਉਹ ਕਿੱਥੋਂ ਦਾ, ਕਿਵੇਂ ਸਰ, ਉਹ ਥੋੜਾ ਦੱਸੋਗੇ। ਅਸੀਂ ਜੀ, ਮੇਰੇ ਦਾਦਾ ਜੀ ਤਪਾ ਤੋਂ ਜਿਹੜੀ ਉੱਥੇ ਮਿਊਨਿਸਪਲ ਕਾਉਂਸਲ ਸੀ ਉਹਦੇ ਪ੍ਰਧਾਨ ਸੀਗੇ, ਤੇ ਮੇਰੇ ਫਾਦਰ ਸਾਹਿਬ ਦਾ ਬਰਥ ਵੀ ਉੱਥੇ ਉਸ ਇਲਾਕੇ ਦਾ ਹੈਗਾ। ਤੇ ਆਫ ਕੋਰਸ ਜਦੋਂ ਉਹਨਾਂ ਨੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ, ਉਹ ਚੰਡੀਗੜ੍ਹ ਆ ਗਏ ਸੀ, ਇੱਥੇ ਸੈਟਲ ਹੋ ਗਏ ਸੀਗੇ। ਤਾਂ ਮੇਰਾ ਬਰਥ ਚੰਡੀਗੜ੍ਹ ਦਾ ਹੈ, ਲੇਕਿਨ ਸਾਡਾ ਪਿਛੋਕੜ, ਸਾਡਾ ਜਿਹੜੀ ਜੜ੍ਹਾਂ ਨੇ ਉਹ ਤਪਾ ਤੋਂ ਹੈਗੀ ਹੈ ਤੇ ਸਾਡੀ ਬਰਨਾਲਾ ਡਿਸਟ੍ਰਿਕਟ ਤੋਂ ਹੈਗੀ ਹੈ। ਤੇ ਇਸ ਕਰਕੇ ਜਦੋਂ ਪਾਰਟੀ ਨੇ ਉਸ ਸਮੇਂ ਸੋਚਿਆ ਕਿ ਸ਼ਾਇਦ ਉਹਨਾਂ ਨੂੰ ਸੀਗਾ ਕਿ ਕੋਈ ਨਵਾਂ ਚਿਹਰਾ ਉਤਾਰਨਾ ਹੈ, ਕੋਈ ਲੋਕਲ ਚਿਹਰਾ ਹੋਵੇ ਜਿਹਦੀ ਆਇਡੈਂਟੀਫਿਕੇਸ਼ਨ ਲੋਕਲ ਹੋਵੇ, ਤੇ ਉਹਨਾਂ ਨੇ ਜਦੋਂ ਗੱਲਬਾਤ ਹੋਈ ਤੇ ਮੈਨੂੰ ਮੌਕਾ ਦਿੱਤਾ ਕਿ ਮੈਂ ਉੱਥੇ ਜਾ ਕੇ ਲੋਕਾਂ ਦੀ ਸੇਵਾ ਕਰਾਂ, ਆਪਦੇ ਲੋਕਾਂ ਦੀ ਸੇਵਾ ਕਰਾਂ। ਤੇ ਮੈਂ ਜਿਵੇਂ ਪਹਿਲਾਂ ਵੀ ਕਹਿੰਦਾ ਸੀ, ਮੈਂ ਅੱਜ ਵੀ ਕਹਿੰਦਾ ਕਿ ਮੇਰੇ ਵਾਸਤੇ ਬੜੀ ਵੱਡੀ ਗੱਲ ਸੀਗੀ। ਤੇ ਮੈਂ ਇਹ ਕੋਸ਼ਿਸ਼ ਕਰ ਰਿਹਾ ਕਿ ਅੱਜ ਵੀ ਮੈਂ ਲੋਕਾਂ ਵਿੱਚ ਰਹਿ ਕੇ ਉਹਨਾਂ ਦੇ ਜਿਹੜੇ ਮਸਲੇ ਨੇ, ਪਾਰਟੀ ਦੇ ਮਸਲੇ ਨੇ, ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਕੰਮ ਕਰਾ ਸਕਾਂ, ਕਿਉਂਕਿ ਇੱਕ ਸੇਵਾ ਦਾ ਜਿਹੜਾ ਭਾਵ ਹੈਗਾ ਉਹ ਫੈਮਿਲੀ 'ਚ ਹੈਗਾ, ਤੇ ਉਹਨੂੰ ਹੀ ਅੱਗੇ ਮੈਂ ਲੈ ਕੇ ਉੱਥੇ ਗਿਆ ਹੈਗਾ। ਸਰ ਇੱਕ ਹੋਰ ਚੀਜ਼ ਹੈ, ਜਿਸ ਤਰ੍ਹਾਂ ਕਿ ਉੱਥੇ ਦੀ ਜਿਹੜੀ ਜਨਤਾ ਸੀ ਉਹਨਾਂ ਦੇ ਵਿੱਚ ਇੱਕ ਸਵਾਲ ਉੱਭਰ ਰਹੇ ਸੀ ਉਸ ਟਾਈਮ ਕਿ ਬੜੇ ਲੰਬੇ ਸਮੇਂ ਤੋਂ ਢਿੱਲੋਂ ਸਾਹਿਬ ਪਾਰਟੀ ਨਾਲ ਟੱਚ ਸੀਗੇ, ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸੀਗੇ। ਬੇਸ਼ੱਕ ਕੀ ਕਾਰਨ ਸੀ ਵੀ ਉਹਨਾਂ ਨੂੰ ਹੀ ਉੱਥੋਂ ਸੀਟ ਤੋਂ ਹਟਾ ਕੇ ਤੁਹਾਨੂੰ ਉਸੇ ਜਗ੍ਹਾ ਤੇ ਜਾਣਾ ਪਿਆ ਜੀ। ਦੇਖੋ ਜੀ, ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਹੈ। ਜਦੋਂ ਕੋਈ ਵੀ ਕੈਂਡੀਡੇਟ ਚੇਂਜ ਹੁੰਦਾ ਹੈ, ਦਿਸ ਇਜ਼ ਨੈਚੁਰਲ। ਸਿਰਫ ਕਾਂਗਰਸ ਪਾਰਟੀ 'ਚ ਨਹੀਂ ਹੈਗਾ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਜਦੋਂ ਕੈਂਡੀਡੇਟ ਤੁਸੀਂ ਚੇਂਜ ਕਰਦੇ ਹੋ, ਉਸ ਸਮੇਂ ਲੋਕਾਂ ਦੀ ਉੱਥੇ ਇਹ ਪੁਕਾਰ ਸੀਗੀ ਕਿ ਢਿੱਲੋਂ ਸਾਹਿਬ ਨੇ, ਮੇਰੇ ਤੋਂ ਵੱਡੇ ਨੇ, ਵਿਦ ਡਿਊ ਰਿਸਪੈਕਟ ਟੂ ਹਿਮ, ਉਹਨਾਂ ਨੇ ਪਾਰਟੀ ਵਾਸਤੇ ਉੱਥੇ ਕੋਈ ਕੰਮ ਨਹੀਂ ਕੀਤਾ, ਪਾਰਟੀ ਨੂੰ ਬਿਲਕੁਲ ਜ਼ੀਰੋ ਕਰਕੇ ਰੱਖਿਆ। ਉਹਨਾਂ ਦਾ ਜਿਹੜਾ ਸਿਸਟਮ ਸੀਗਾ ਕੰਮ ਕਰਨ ਦਾ ਸ਼ਾਇਦ ਹੋਰ ਸੀਗਾ, ਵੱਖਰਾ ਸੀਗਾ, ਲੋਕਾਂ ਨੂੰ ਨਾਲ ਨਹੀਂ ਲੈ ਕੇ ਤੁਰਦੇ ਸੀਗੇ। ਕਾਫੀ ਵੱਡੀ ਲੋਕਾਂ ਵਿੱਚ ਇੱਕ, ਜਿਵੇਂ ਕਹਾਂਗਾ, ਕੋਈ ਰਿਜ਼ੈਂਟਮੈਂਟ ਸੀਗੀ ਉਹਨਾਂ ਦੇ ਖਿਲਾਫ ਕਿ ਉਹ ਢਿੱਲੋਂ ਸਾਹਿਬ ਕੈਂਡੀਡੇਟ ਨਹੀਂ ਹੋਣੇ ਚਾਹੀਦੇ। ਤੇ ਪਾਰਟੀ ਨੇ ਗਰਾਊਂਡ ਲੈਵਲ ਤੇ ਆਪਦੇ ਸਰਵੇਸ ਕਰਾਏ, ਸਰਵਿਸ ਦੀ ਰਿਪੋਰਟ ਵਿੱਚ ਆਇਆ ਕਿ ਉਹਨਾਂ ਕੋਈ ਨਵਾਂ ਚਿਹਰਾ ਚਾਹੀਦਾ ਤੇ ਢਿੱਲੋਂ ਸਾਹਿਬ ਸ਼ਾਇਦ ਪਾਰਟੀ ਦੇ ਫੇਸ ਨਹੀਂ ਹੋਣੇ ਚਾਹੀਦੇ, ਕਿਉਂਕਿ ਪਹਿਲਾਂ ਉਹਨਾਂ ਨੂੰ ਪਾਰਟੀ ਨੇ 3-4 ਵਾਰ ਮੌਕਾ ਦਿੱਤਾ, ਉਹ ਜਿੱਤੇ ਵੀ, ਉਹ ਹਾਰੇ ਵੀ, ਲੇਕਿਨ ਜਿਹੜੀ ਇੱਕ ਐਕਸਪੈਕਟੇਸ਼ਨ ਸੀਗੀ ਪਾਰਟੀ ਕਾਡਰ ਦੀ ਆਪਦੇ ਹਲਕਾ ਇੰਚਾਰਜ ਵੱਲੋਂ, ਉਹ ਸ਼ਾਇਦ ਉਹਨਾਂ ਨੇ ਉੱਥੇ ਨਹੀਂ ਨਿਭਾਈ। ਇਸ ਕਰਕੇ ਲੋਕਾਂ ਦੀ ਮੰਗ ਸੀ ਤੇ ਪਾਰਟੀ ਨੇ ਉਹਨਾਂ ਦੀ ਮੰਗ ਨੂੰ ਸੁਣਿਆ ਤੇ ਕੈਂਡੀਡੇਟ ਨੂੰ ਚੇਂਜ ਕੀਤਾ। ਸਰ ਤੁਹਾਨੂੰ ਇਹ ਵੀ ਚੀਜ਼ ਦੇਖੀ ਹੋਣੀ ਉੱਥੇ ਜਿਹੜੀ ਫੁੱਟਬਾਜੀ ਚੱਲ ਰਹੀ ਸੀ, ਉਸ ਕਾਰਨ ਵੀ ਢਿੱਲੋਂ ਸਾਹਿਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫੁੱਟਬਾਜੀ ਵੀ ਇਸ ਕਰਕੇ ਹੁੰਦੀ ਹੈ ਜਦੋਂ ਕੋਈ ਲੀਡਰ ਸਭ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ, ਉਹਨਾਂ ਦਾ ਉਹ ਸਭ ਨੂੰ ਨਾਲ ਲੈ ਕੇ ਨਹੀਂ ਚੱਲੇ, ਉਹ ਸ਼ਾਇਦ ਉਸ ਹਿਸਾਬ ਨਾਲ ਉਹਨਾਂ ਨੇ ਕੰਮ ਨਹੀਂ ਕੀਤਾ ਲੋਕਾਂ ਵਿੱਚ, ਤਾਂ ਜਿਹੜੇ ਲੋਕੀ ਨਾਰਾਜ਼ ਸੀਗੇ ਉਹਨਾਂ ਦਾ ਨੰਬਰ ਵੱਧਦਾ ਗਿਆ। ਇਸ ਕਰਕੇ ਪਾਰਟੀ ਨੇ ਕੁਛ ਨਾ ਕੁਛ ਨਾਰਾਜ਼ਗੀ ਤਾਂ ਹੁੰਦੀ ਹੈ, ਮੈਂ ਮੰਨਦਾ, ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਕਿ ਸਾਰੇ ਜਾਣੇ ਖੁਸ਼ ਰਹਿਣ, ਪਰ ਲੇਕਿਨ ਸ਼ਾਇਦ ਉਹਨਾਂ ਤੋਂ ਲੋਕਾਂ ਦੀ ਨਾਰਾਜ਼ਗੀ, ਜ਼ਿਆਦਾ ਲੋਕਾਂ ਦੀ ਨਾਰਾਜ਼ਗੀ ਸੀ, ਇਸ ਕਰਕੇ ਪਾਰਟੀ ਨੇ ਇਹ ਫੈਸਲਾ ਮੈਨੂੰ ਲੱਗਦਾ ਜੋ ਲਿੱਤਾ ਹੈ। ਸਰ ਤੁਹਾਡੇ ਆਉਣ ਤੇ ਤੁਹਾਨੂੰ ਇਹ ਨਹੀਂ ਨਜ਼ਰ ਆਇਆ ਵੀ ਜਿਸ ਤਰ੍ਹਾਂ ਬੜੇ ਲੰਬੇ ਸਮੇਂ ਤੋਂ MP ਇਲੈਕਸ਼ਨ ਉਹ ਹਾਰੇ, MLA ਵੀ ਹਾਰੇ, ਬੜੇ ਲੰਬੇ ਸਮੇਂ ਤੋਂ ਪਾਰਟੀ ਡਾਊਨ ਹੁੰਦੀ ਜਾ ਰਹੀ ਸੀਗੀ, ਤੁਹਾਨੂੰ ਨਹੀਂ ਇੱਦਾਂ ਮਹਿਸੂਸ ਹੋਇਆ ਵੀ ਜਦੋਂ ਤੁਸੀਂ ਜਾਓਗੇ ਇੱਕ ਨਵੇਂ ਚਿਹਰਾ ਵੀ ਪਬਲਿਕ ਨੇ ਉਹ ਰਿਸਪੌਂਸ ਨਹੀਂ ਦੇਣਾ ਤੁਹਾਨੂੰ, ਵੀ ਉੱਥੇ ਹਾਰ ਦਾ ਸਾਹਮਣੇ ਕਰਨ ਦਾ ਡਰ ਤਾਂ ਤੁਹਾਡੇ ਅੰਦਰ? ਦੇਖੋ, ਜਦੋਂ ਮੈਂ ਗਿਆ ਉੱਥੇ, ਉਹ ਮੈਨੂੰ ਪਤਾ ਸੀ ਇਲੈਕਸ਼ਨ ਬਹੁਤ ਟਫ ਹੈ ਜੀ, ਕੋਈ ਸੌਖਾ ਤਾਂ ਸੀਗਾ ਨਹੀਂ, ਪਤਾ ਸੀਗਾ ਕਿ ਇੱਕ ਵੱਡਾ ਚੈਲੰਜ ਹੈ, ਲੇਕਿਨ ਮੈਂ ਉਸ ਚੈਲੰਜ ਤੋਂ ਭੱਜਣਾ ਨਹੀਂ ਚਾਹੁੰਦਾ ਸੀ। ਮੈਨੂੰ ਪਾਰਟੀ ਨੇ ਜਦੋਂ ਇੱਕ ਮੌਕਾ ਦਿੱਤਾ, ਮੈਂ ਅੱਗੇ ਹੋ ਕੇ ਚੀਜ਼ ਨੂੰ ਐਕਸੈਪਟ ਕੀਤਾ। ਜਿਵੇਂ ਪਹਿਲਾਂ ਵੀ ਕਿਹਾ ਕਿ ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀ ਤੇ ਮੈਂ ਚੈਲੰਜ ਐਕਸੈਪਟ ਕੀਤਾ, ਤੇ ਅੱਜ ਵੀ ਮੈਂ ਐਕਸੈਪਟ ਕਰ ਰਿਹਾ। ਪਾਰਟੀ ਨੂੰ ਉੱਥੇ ਬਹੁਤ ਮਿਹਨਤ ਕਰਨ ਦੀ ਲੋੜ ਹੈ, ਆਪਾਂ ਮਿਹਨਤ ਕਰ ਰਹੇ ਹਾਂ। ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਰਾਜਾ ਵਰਿੰਗ ਜੀ, ਉਹ ਦਿਨ ਰਾਤ ਮਿਹਨਤ ਕਰਦੇ ਪਏ ਨੇ। ਜੋ ਸਾਡੇ ਪਾਰਟੀ ਹਾਈ ਕਮਾਂਡ ਦੇ ਸ਼੍ਰੀਮਤੀ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਦੇ ਜਿਹੜੇ ਡਾਇਰੈਕਸ਼ਨਸ ਨੇ, ਉਹਨਾਂ ਦੀ ਜਿਹੜੇ ਹਦਾਇਤਾਂ ਨੇ, ਉਹਦੇ ਹਿਸਾਬ ਨਾਲ ਉਹ ਕਾਫੀ ਕੋਸ਼ਿਸ਼ ਕਰ ਰਹੇ ਨੇ ਪਾਰਟੀ ਨੂੰ ਗਰਾਊਂਡ ਲੈਵਲ ਤੋਂ ਇੱਕ
ਦੁਬਾਰ ਫਿਰ ਤੋਂ ਖੜਾ ਕਰਨ ਲਈ, ਤੇ ਅਸੀਂ ਉਹਨਾਂ ਦੇ ਨਾਲ ਨੇ, ਤਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਹਿਸਾਬ ਨਾਲ ਅਸੀਂ ਕੋਸ਼ਿਸ਼ ਕਰਦੇ ਪਏ ਹਾਂ, ਆਪਾਂ ਬਹੁਤ ਜਲਦ ਜਿਹੜਾ ਮੈਂ ਕਹਾਂਗਾ ਗਰਾਊਂਡ ਸਾਡਾ ਖਾਲੀ ਹੋਇਆ ਹੈ, ਆਪਾਂ ਉਹਨੂੰ ਰਿਕਵਰ ਕਰ ਸਕਾਂਗੇ। ਸਰ ਆਪਾਂ ਹਲਕੇ ਦੀ ਗੱਲ ਛੱਡ ਕੇ ਜੇ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ, ਪੂਰੇ ਜ਼ਿਲ੍ਹੇ ਦੇ ਵਿੱਚ ਹੀ ਹਾਲਾਤ ਬੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਬੜੇ ਡੋਲ ਹੁੰਦੇ ਆ ਰਹੇ ਨੇ। ਇਹ ਢਿੱਲੋਂ ਸਾਹਿਬ ਤੋਂ ਨਹੀਂ, ਢਿੱਲੋਂ ਸਾਹਿਬ ਤੋਂ ਬਾਅਦ ਵੀ ਤੁਸੀਂ ਦੇਖਿਆ ਜਿਹੜੀ ਵੋਟ ਬੈਂਕ ਸੀ ਬੜੀ ਘਟੀ ਹੈ। ਇਹ ਕੀ ਤੁਹਾਨੂੰ ਲੱਗਦਾ ਵੀ ਤੁਸੀਂ ਹੁਣ ਜਿੰਨੇ ਟਾਈਮ ਦੇ ਹੁਣ ਆਏ ਹੋ, ਕੁਝ ਮਹੀਨੇ ਹੋ ਗਏ, ਤੁਹਾਨੂੰ ਇੰਨਾ ਤਜਰਬਾ ਹੋ ਗਿਆ ਉਸ ਹਲਕੇ ਦਾ ਵੀ, ਡਿਸਟ੍ਰਿਕਟ ਦਾ ਵੀ, ਕੀ ਕਾਰਨ ਮੰਨਦੇ ਹੋ ਵੀ ਜਿਹੜੀ ਵੋਟ ਬੈਂਕ ਜਿਹੜੀ ਜਾ ਰਹੀ ਹੈ ਡਾਊਨ, ਉਹ ਕੀ ਕਾਰਨ ਹੋ ਸਕਦਾ ਜੀ? ਦੇਖੋ ਜੀ, ਜਦੋਂ ਸਾਡੇ ਵਿਧਾਨ ਸਭਾ ਦਾ ਇਲੈਕਸ਼ਨ ਸੀਗਾ, ਵੋਟ ਬੈਂਕ ਇਸ ਕਰਕੇ ਮੈਂ ਕਹਾਂਗਾ ਕਿ ਗਿਰਿਆ ਕਿਉਂਕਿ ਲੋਕਾਂ ਨੂੰ ਇੱਕ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ, ਤੇ ਲੋਕਾਂ ਦੇ ਮਨ 'ਚ ਸ਼ਾਇਦ ਇੱਕ ਗੱਲ ਆ ਗਈ ਸੀ ਕਿ ਅਸੀਂ ਇੱਕ ਬਦਲਾਵ ਲੈ ਕੇ ਆਈਏ, ਆਪਾਂ ਸ਼ਾਇਦ ਕਾਂਗਰਸ ਪਾਰਟੀ ਨੂੰ ਹਟਾ ਕੇ ਇੱਕ ਨਵੀਂ ਪਾਰਟੀ ਨੂੰ ਲੈ ਕੇ ਆਈਏ ਜਿਹਨੇ ਇਹ ਜਿਹੇ ਵਾਅਦੇ ਕਰਤੇ, ਸ਼ਾਇਦ ਅਸੀਂ ਜਾਣਦੇ ਵੀ ਹਾਂ ਕਿ ਆਪਾਂ ਫਿਰ ਵੀ ਉਹਦੇ ਬਾਰੇ ਅੱਗੇ ਗੱਲ ਕਰਾਂਗੇ, ਉਹ ਪੂਰੇ ਨਹੀਂ ਕਰ ਪਾ ਰਹੇ। ਅਸੀਂ ਲੋਕਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਵਾਅਦੇ ਨੇ ਝੂਠੇ ਨੇ, ਇਹਨੇ ਦਿੱਲੀ 'ਚ ਵੀ ਕੰਮ ਉਹ ਨਹੀਂ ਕੀਤਾ, ਐਡਵਰਟਾਈਜ਼ਮੈਂਟ ਜ਼ਿਆਦਾ ਕੀਤੀ, ਲੇਕਿਨ ਚਲੋ ਲੋਕਾਂ ਦਾ ਇੱਕ ਰਾਈਟ ਹੈ ਟੂ ਇਲੈਕਟ ਐਨੀਵਨ, ਉਹਨਾਂ ਨੇ ਕੀਤਾ, ਉਹਨਾਂ ਨੇ ਇੱਕ ਮੌਕਾ ਦੇਣਾ ਚਾਹਿਆ। ਤੇ ਉਹਦੇ ਬਾਅਦ ਜਦੋਂ ਸਾਡਾ MP ਦਾ ਇਲੈਕਸ਼ਨ ਆਇਆ, ਕਾਂਗਰਸ ਪਾਰਟੀ ਵਾਸਤੇ ਜਾਂ ਜਿਹੜੀ ਪਾਰਟੀਆਂ ਇਲੈਕਸ਼ਨ ਹਾਰੀਆਂ ਸੀਗੀ ਉਹਨਾਂ ਵਾਸਤੇ ਇਲੈਕਸ਼ਨ ਬਹੁਤ ਜਲਦੀ ਸੀਗਾ, 2 ਮਹੀਨੇ ਵਿੱਚ ਆ ਗਿਆ ਸੀ। ਤੇ 2 ਮਹੀਨੇ ਵਿੱਚ ਇਸ ਤਰ੍ਹਾਂ ਕੋਈ ਮੈਜਿਕ ਨਹੀਂ ਹੁੰਦਾ ਕਿ ਜਿਹੜੀ ਪਾਰਟੀ 92 ਸੀਟਾਂ ਜਿੱਤੀ ਹੈ, ਦੂਜੀ ਪਾਰਟੀ ਇੰਨੀ ਹਾਰ ਕੇ ਚੁੱਕੀ ਹੈ ਕਿ 2 ਮਹੀਨੇ ਵਿੱਚ ਬਹੁਤ ਵੱਡਾ ਕੁਝ ਵਧੀਆ ਕੰਮ ਕਰ ਦੇਗੀ। ਲੇਕਿਨ ਜਿਹੜੀ ਵਿਨਿੰਗ ਪਾਰਟੀ ਹੁੰਦੀ ਹੈ ਉਹਦੇ ਵਾਸਤੇ ਇਲੈਕਸ਼ਨ ਹਾਰਨਾ ਬਹੁਤ ਵੱਡੀ ਗੱਲ ਹੈ। ਐਸਾ ਇਤਿਹਾਸ ਕਦੇ ਵੀ ਨਹੀਂ ਹੋਇਆ ਕਿ ਇਲੈਕਸ਼ਨ ਮਾਰਚ ਹੋਇਆ ਹੋਵੇ ਤੇ ਮਈ 'ਚ ਦੂਜਾ ਇਲੈਕਸ਼ਨ ਆ ਗਿਆ ਤੇ ਸਿਟਿੰਗ ਚੀਫ ਮਿਨਿਸਟਰ ਦੇ ਆਪਦੀ ਕਨਸਟੀਚੁਐਂਸੀ ਵਿੱਚੋਂ ਸਿਟਿੰਗ ਪਾਰਟੀ ਇਲੈਕਸ਼ਨ ਹਾਰ ਜਾਵੇ। ਬਿਲਕੁਲ ਸਰ, ਇੱਕ ਚੀਜ਼ ਹੋਰ, ਪਿਛਲੇ ਸਮੇਂ ਦੀ ਗੱਲ ਆ, ਢੀਂਡਸਾ ਪਰਿਵਾਰ ਦੇ ਜੋ ਉਹਨਾਂ ਦੇ ਪਤਨੀ ਸੀਗੇ, ਉਹ ਬਰਨਾਲਾ ਰੋਡ ਤੇ ਆਏ ਸੀਗੇ ਜਦੋਂ ਵੱਡੇ ਢੀਂਡਸਾ ਸਾਹਿਬ ਖੜੇ ਹੋਏ ਸੀਗੇ। ਉਹਨਾਂ ਤੋਂ ਸਵਾਲ ਕੀਤਾ ਗਿਆ ਸੀ ਵੀ ਜਿਹੜੀ ਇਹ ਅਕਾਲੀ ਦਲ ਦੀ ਜਿਹੜੀ ਟੀਮ ਆ ਗਈ, ਜਿੱਥੇ ਕਿ ਬਹੁਤ ਜ਼ਿਆਦਾ ਯੂਥ ਹੈ, ਇੱਥੇ SOI ਵੀ ਸੀਗੀ, ਕਾਫੀ ਮਤਲਬ ਯੂਥ ਦਿਖਦੇ ਵੀ ਬੜਾ ਪਾਵਰ ਲੱਗਦੀ ਸੀ ਡਿਸਟ੍ਰਿਕਟ ਬਰਨਾਲਾ ਦੇ ਵਿੱਚ, ਪਰ ਉਹ ਰੈਗੂਲਰ ਹਾਰਦੇ ਹੀ ਜਾ ਰਹੇ ਸੀ। ਢੀਂਡਸਾ ਸਾਹਿਬ ਵੀ ਏਡੀ ਵੱਡੀ ਪਦਵੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਮਤਲਬ ਜਿੱਤ ਕਦੇ ਦਿਖਣ ਨੂੰ ਮਿਲੀ ਨਹੀਂ। ਉਹਨਾਂ ਨੇ ਉਹਨਾਂ ਜੋ ਸਵਾਲ ਕੀਤਾ, ਉਹਨੇ ਇਹੀ ਦੱਸਿਆ ਵੀ ਸਾਡੀ ਮੈਨੇਜਮੈਂਟ ਦੇ ਵਿੱਚ ਬਹੁਤ ਕਮੀ ਹੈ। ਉਹ ਮੰਨੇ ਸੀ ਇਸ ਗੱਲ ਨੂੰ। ਤੁਹਾਨੂੰ ਹੀ ਨਜ਼ਰ ਆਈ ਹੁਣ ਤੱਕ ਵੀ ਇਹ ਚੀਜ਼ ਜਿਹੜੀ ਮੈਨੇਜਮੈਂਟ ਤੁਹਾਨੇ ਬਣਾਈ ਹੈ ਉੱਥੇ ਜਿਹਨਾਂ ਡਿਊਟੀਆਂ ਦੇ ਜ਼ਿੰਮੇਵਾਰੀ, ਉਹਨਾਂ 'ਚ ਕਮੀ ਹੈ? ਪਹਿਲਾਂ ਕੁਝ ਗਲਤੀਆਂ ਸੀਗੀਆਂ, ਲੇਕਿਨ ਗਲਤੀਆਂ ਤੋਂ ਜ਼ਿਆਦਾ ਮੈਂ ਫੇਰ ਕਹਾਂਗਾ ਲੋਕਾਂ ਨੇ ਇੱਕ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹਿਆ। ਉਹਨਾਂ ਦੇ ਮਨ 'ਚ ਇੱਕ ਗੱਲ ਸੀ, ਹਰ ਜਗ੍ਹਾ ਇੱਕ ਹੀ ਗੱਲ ਸੀਗੀ। ਨਹੀਂ ਸਰ, ਉਹ ਮੈਟਰ ਲੱਗਾ ਵੀ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਹਵਾ ਕੁਝ ਹੋਰ ਸੀ, ਚਾਹੁੰਦੇ ਸੀ ਬਦਲਾਵ। ਹਾਂਜੀ, ਅਸੀਂ ਵੀ ਜਦੋਂ ਸਰਵੇ ਕੀਤਾ ਸਾਨੂੰ ਵੀ ਇਹ ਚੀਜ਼ ਨਜ਼ਰ ਆਈ ਵੀ ਯੂਥ ਵੀ ਕਹਿੰਦੀ ਸੀ ਸਾਨੂੰ ਇਹ ਪਤਾ ਵੀ ਕਾਂਗਰਸ ਨੇ ਕੁਝ ਕੀਤਾ ਹੈ। ਜਿਹੜੇ ਪਿੰਡਾਂ 'ਚ ਅਸੀਂ ਗਏ ਉਹਨਾਂ ਦਾ ਵਿਕਾਸ ਦੇਖਿਆ, ਉਹਨਾਂ ਦੇ ਮਨ 'ਚ ਸੀ ਬਸ ਇੱਕ ਬਦਲਾਵ ਦੇਖਣਾ ਚਾਹੁੰਦੇ ਹਾਂ। ਪਰ ਜੇ ਆਪਾਂ ਗੱਲ ਕਰ ਰਹੇ ਹਾਂ ਵੀ ਆਪਾਂ ਆਪਣੇ ਹਲਕੇ ਦੀ ਤੇ ਡਿਸਟ੍ਰਿਕਟ ਦੀ, ਮੇਨ ਤਾਂ ਹਲਕੇ ਦੀ ਗੱਲ ਕਰ ਰਹੇ ਹਾਂ, ਹਲਕੇ ਦੇ ਵਿੱਚ ਜਿਹੜੀ ਨਾਰਾਜ਼ਗੀ ਨਜ਼ਰ ਆਈਆਂ ਨੇ ਸਾਨੂੰ, ਉਹ ਜ਼ਿਆਦਾ ਇਹੀ ਨੇ ਕਿ ਕੋਈ ਬੰਦਾ ਕਿਸੇ ਦੇ ਖੁਸ਼ ਨਹੀਂ। ਕਈ ਇਦਾਂ ਦੇ ਵੀ ਨੇ ਜਿਹੜੇ ਸਾਹਮਣੇ ਕੁਛ ਨੇ, ਪਿੱਠ ਪਿੱਛੇ ਕੁਛ ਹੋਰ ਨੇਗੇ। ਇਹ ਵੀ ਤੁਹਾਨੂੰ ਪਤਾ ਲੱਗਿਆ ਹੋਣਾ। ਇਹ ਵੀ ਅਸਰ ਕਿ ਜਿਹੜੇ ਪੁਰਾਣੇ ਸੀਨੀਅਰ ਨੇ ਉਹ ਕਹਿੰਦੇ ਨੇ ਸਾਨੂੰ 20 ਸਾਲ 25 ਸਾਲ ਹੋ ਗਏ, ਸਾਡੀ ਐਕਟੀਵਿਟੀ ਵਧੀਆ ਰਹੀ ਹੈ, ਜਿਹੜੇ ਨਵੇਂ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ, ਪਰ ਉਹਨਾਂ ਨੂੰ ਅਹੁਦੇ ਅੱਛੇ ਦਿੱਤੇ ਗਏ ਨੇ, ਉਹ ਨਾਰਾਜ਼ਗੀਆਂ ਵੀ ਦਿਖ ਰਹੀਆਂ ਨੇ। ਦੇਖੋ ਹੁਣੀ ਤਾਂ ਅਹੁਦੇ ਨਵੇਂ ਦਿੱਤੇ ਜਾਣੇ ਨੇ, ਪਾਰਟੀ ਇੱਕ ਵਾਰ ਮੈਂ ਫੇਰ ਕਹਾਂਗਾ ਦੁਬਾਰਾ ਤੋਂ ਫਾਰਮ ਹੋ ਰਹੀ ਹੈ, ਨਵੇਂ ਆਫਿਸ ਬੇਅਰਸ ਬਣ ਕੇ ਆਣਗੇ। ਹੁਣ ਪਹਿਲਾਂ ਕੀ ਹੋਇਆ, ਕਿਸੇ ਨੂੰ ਦੇਖੋ ਪਾਰਟੀ ਕੋਈ ਵੀ ਪਾਰਟੀ ਹੁੰਦੀ ਹੈ ਉਹਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਚੰਗੇ ਹਾਰਡ ਵਰਕਿੰਗ ਲੋਕਾਂ ਨੂੰ ਅੱਗੇ ਲੈ ਕੇ ਆਈਏ, ਉਹਨਾਂ ਨੂੰ ਅਹੁਦੇ ਦੇਈਏ। ਬਹੁਤ ਲੋਕਾਂ ਨੂੰ ਬਹੁਤ ਕੁਝ ਮਿਲਦਾ ਹੈ, ਬਹੁਤਾਂ ਨੂੰ ਨਹੀਂ ਮਿਲਦਾ, ਇਹ ਮੈਂ ਮੰਨਦਾ ਹਾਂ ਗੱਲ। ਲੇਕਿਨ ਹੁਣ ਮੇਰੀ ਉੱਥੇ ਕੋਸ਼ਿਸ਼ ਇਹੀ ਰਹੇਗੀ ਜਿਹੜੇ ਲੋਕੀ ਪਾਰਟੀ ਦੇ ਨਾਲ ਸਿੰਸੀਅਰਲੀ ਲੱਗੇ ਹੋਏ ਨੇ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ, ਉਹਨਾਂ ਦੀ ਅਪਾਇੰਟਮੈਂਟਸ ਕਰਾਈਏ, ਉਹਨਾਂ ਨੂੰ ਅੱਗੇ ਰੱਖੀਏ ਤੇ ਇੱਕ ਨਵੀਂ ਟੀਮ ਪੁਰਾਣਿਆਂ ਦੇ ਨਾਲ ਉਹਨਾਂ ਨੂੰ ਅੱਗੇ ਰੱਖਦੇ ਹੋਏ ਸਭ ਦੇ ਵੱਡਿਆਂ ਦੇ ਆਸ਼ੀਰਵਾਦ ਦੇ ਨਾਲ ਇੱਕ ਨਵੀਂ ਟੀਮ ਨੂੰ ਉੱਥੇ ਅਸੀਂ ਖੜੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਜੇ ਕੁਝ ਕਮੀਆਂ ਰਹੀਆਂ, ਦੇਖੋ ਪਹਿਲਾਂ ਵਾਸਤੇ ਮੈਂ ਕੋਈ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਤੋਂ ਪਹਿਲਾਂ ਕਿਹਨਾਂ ਨੇ ਕੀ ਵਧੀਆ ਕੰਮ ਕੀਤਾ ਹੈ, ਖਰਾਬ ਕੀਤਾ। ਆਈ ਵਿਲ ਨਾਟ ਬੀ ਰਾਈਟ। ਮੈਂ ਆਪਦੇ ਕੰਮ ਦੀ ਜ਼ਿੰਮੇਵਾਰੀ ਲੈ ਸਕਦਾ, ਆਪਦੇ ਕੰਮ ਦੀ ਗੱਲ ਕਰ ਸਕਦਾ। ਮੇਰੀ ਕੋਸ਼ਿਸ਼ ਇਹੀ ਰਹੇਗੀ ਉੱਥੇ ਕਿ ਮੈਂ ਸਭ ਨੂੰ ਨਾਲ ਲੈ ਕੇ ਚੱਲਾਂ। ਜਿਹੜੇ ਲੋਕੀ ਪਾਰਟੀ ਤੋਂ ਕਿਸੇ ਕਾਰਨ ਨਾਰਾਜ਼ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂ, ਜੋ ਮੈਂ ਕਰ ਵੀ ਰਿਹਾ। ਬਹੁਤ ਲੋਕੀ ਨਾਲ ਜੁੜ ਵੀ ਰਹੇ ਨੇ, ਜਿਹੜੇ ਨਹੀਂ ਜੁੜੇ ਕਿਸੇ ਕਾਰਨ ਉਹਨਾਂ ਨੂੰ ਨਾਲ ਜੋੜੀਏ ਤਾਂ ਕਿ ਪਾਰਟੀ ਨੂੰ ਅਸੀਂ ਦੁਬਾਰਾ ਤੋਂ ਫੇਰ ਤੋਂ ਮਜ਼ਬੂਤ ਕਰੀਏ। ਇਹ ਮੇਰੀ ਕੋਸ਼ਿਸ਼ ਰਹੇਗੀ। ਢਿੱਲੋਂ ਸਾਹਿਬ ਦੇ ਜਾਣ ਨਾਲ ਵੀ ਲੱਗਦਾ ਤੁਹਾਨੂੰ ਕੁਝ ਵੋਟ ਬੈਂਕ ਦਾ ਫਰਕ ਪਏਗੀ? ਦੇਖੋ ਹਰ ਇੱਕ ਬੰਦੇ ਦਾ ਆਪਦਾ ਕੋਈ ਨਾ ਕੋਈ ਰਸੂਖ ਤਾਂ ਹੁੰਦਾ ਹੀ ਹੈ, ਇਹ ਤਾਂ ਹੋ ਨਹੀਂ ਸਕਦਾ ਕਈ ਹਸਤੀਆਂ ਜਿਵੇਂ ਕਹਿੰਦੇ ਨਾਲ ਚਲੀ ਗਈਆਂ। ਨਹੀਂ ਦੇਖੋ ਮੈਂ ਨਹੀਂ, ਉਸ ਗੱਲ ਤੇ ਮੈਂ ਡਿਫਰ ਕਰਦਾ ਹੈ। ਇੰਡੀਵਿਜੂਅਲ ਬੰਦੇ ਦੀ ਕੋਈ ਵੀ ਹੋਵੇ ਥੋੜਾ ਬਹੁਤ ਉਹਦਾ ਆਪਦਾ ਰਸੂਖ ਹੁੰਦਾ ਹੈ, ਨੈਚੁਰਲ ਹੈ। ਉਹਨਾਂ ਨੇ 20 ਸਾਲ ਲਾਏ, ਲੇਕਿਨ ਇਹ ਗੱਲ ਸੋਚਣ ਦੀ ਲੋੜ ਹੈ ਉਹਨਾਂ ਦਾ ਰਸੂਖ ਕਿਉਂ ਬਣਿਆ,
ਉਹ ਇਸ ਕਰਕੇ ਬਣਿਆ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ, ਪਾਰਟੀ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ, ਪਾਰਟੀ ਜਿੱਤੀ, ਪਾਰਟੀ ਨੇ ਉਹਨਾਂ ਦੇ ਕਹਿਣ ਤੋਂ ਉੱਥੇ ਜਿਵੇਂ ਕੰਮਕਾਜ ਹੋਏ ਪਿਛਲੀ ਗਵਰਨਮੈਂਟ ਨੇ ਕੀਤੇ, ਉਹਨਾਂ ਦਾ ਜਿਹੜਾ ਵੀ ਬੇਸ ਬਣਿਆ ਉਹ ਇੱਕ ਪਾਰਟੀ ਕਰਕੇ ਬਣਿਆ। ਲੇਕਿਨ ਚਲੋ ਉਹ ਪਾਰਟੀ ਛੱਡ ਕੇ ਚਲੇ ਗਏ, ਉਹਨਾਂ ਨੇ 1 ਸੈਕਿੰਡ ਲਾਇਆ, ਅੱਜ ਜੁਆਇਨ ਕੀਤੀ ਬੀਜੇਪੀ, ਕੱਲ ਬੀਜੇਪੀ ਨੇ ਟਿਕਟ ਦੇਤੀ, ਨਾ ਬੀਜੇਪੀ ਕੋਲ ਕੈਂਡੀਡੇਟ ਸੀਗਾ ਨਾ ਉਹਨਾਂ ਕੋਲ ਪਾਰਟੀ ਸੀ, ਬਿਲਕੁਲ ਦੋਨਾਂ ਦਾ ਇੱਕ ਚੰਗਾ ਮਿਲਾਪ ਹੋ ਗਿਆ ਕਿ ਮੈਨੂੰ ਕੈਂਡੀਡੇਟ ਚਾਹੀਦਾ ਹੈ, ਮੈਨੂੰ ਇੱਕ ਪਾਰਟੀ ਚਾਹੀਦੀ ਹੈ। ਲੇਕਿਨ ਜਿਹੜੇ ਲੋਕੀ ਨੇ, ਤੇ ਇੱਕ ਗੱਲ ਹੋਰ ਐਡ ਕਰਨੀ ਚਾਹਾਂਗਾ, ਲੀਡਰ ਵੀ ਕੌਣ ਬਣਾਉਂਦਾ ਹੈ? ਵਰਕਰ ਬਣਾਉਂਦਾ ਹੈ। ਬਿਲਕੁਲ ਭਾਵੇਂ ਪਾਰਟੀ ਨੂੰ ਕੁਝ ਲੀਡਰ ਛੱਡ ਕੇ ਚਲੇ ਗਏ ਲੇਕਿਨ ਵਰਕਰ ਕੋਈ ਛੱਡ ਕੇ ਨਹੀਂ ਗਿਆ। ਵਰਕਰ ਹੁਣ ਜਿਵੇਂ ਰਾਹੁਲ ਗਾਂਧੀ ਦੀ ਆਪਾਂ ਰੈਲੀ ਦੇਖੀ ਹੈ, ਜਿਹੜੀ ਭਾਰਤ ਜੋੜੋ ਯਾਤਰਾ ਹੈ, ਮੈਂ ਰੋਜ਼ ਉਹਨੂੰ ਫੋਲੋ ਕਰ ਰਿਹਾ, ਤੁਸੀਂ ਹਜੂਮ ਦੇਖੋ ਲੋਕਾਂ ਦਾ, ਮਤਲਬ ਕਿ ਕੋਈ ਉਮੀਦ ਵੀ ਨਹੀਂ ਕਰ ਸਕਦਾ ਸੀਗਾ ਪਹਿਲਾਂ ਕਿ ਇੰਨੇ ਹਜ਼ਾਰਾਂ ਦੀ ਸੰਖਿਆ ਵਿੱਚ ਲੋਕੀ ਰੋਜ਼ ਨਾਲ ਉਹਨਾਂ ਦੇ ਪਦ ਯਾਤਰਾ ਕਰਨਗੇ। ਮਤਲਬ ਇਹ ਕਹਿੰਦਾ ਕਿ ਵਰਕਰ ਹੈਗਾ, ਲੋਕ ਕਾਂਗਰਸ ਨੂੰ ਚਾਹੁੰਦੇ ਨੇ, ਠੀਕ ਹੈ ਥੋੜੀ ਲੀਡਰ ਨੇ ਆਪਦੇ ਪਰਸਨਲ ਇੰਟਰਸਟ ਕਰਕੇ ਪਾਰਟੀ ਨੂੰ ਛੱਡ ਕੇ ਚਲੇ ਗਏ, ਉਹ ਲੋਕੀ ਵੀ ਸਮਝਦੇ ਨੇ, ਉਹ ਜਾਣਦੇ ਨੇ ਕਿ ਛੱਡ ਕੇ ਗਿਆ ਉਹਦਾ ਕਾਰਨ ਕੀ ਹੈ। ਸਰ ਪਾਰਟੀ ਛੱਡਣ ਤੇ ਇਹ ਵੀ ਤੁਸੀਂ ਕਾਰਨ ਮੰਨਦੇ ਈਡੀ ਦਾ ਕੋਈ ਪ੍ਰੈਸ਼ਰ ਜੀ ਹੋ ਸਕਦਾ ਸੈਂਟਰ ਗਵਰਨਮੈਂਟ ਦਾ ਕੋਈ ਪ੍ਰੈਸ਼ਰ? ਮੈਂ ਵੀ ਨਿਊਜ਼ਪੇਪਰਸ ਦੇ ਥਰੂ ਇਹ ਚੀਜ਼ਾਂ ਪੜ੍ਹੀਆਂ ਨੇ, ਦੇਖਿਆ, ਸਮਝਿਆ, ਮੇਰੀ ਵੀ ਇਨਫੋਰਮੇਸ਼ਨ ਉਸ ਤਰ੍ਹਾਂ ਹੀ ਆਉਂਦੀ ਹੈ ਜਿਵੇਂ ਆਮ ਲੋਕਾਂ ਨੂੰ ਆਉਂਦੀ ਹੈ। ਉਹ ਪੇਪਰ 'ਚ ਕੋਈ ਸਟੇਟਮੈਂਟ ਆਉਂਦੀ ਹੈ, ਕੋਈ ਕਮੈਂਟ ਆਉਂਦਾ ਹੈ, ਕੁਝ ਦੇਖਦੇ ਹਾਂ, ਤੇ ਆਪਾਂ ਦੇਖਿਆ ਵੀ ਹੈ ਓਵਰ ਦੀ ਪੀਰੀਅਡ ਕਿ ਜਿਹੜਾ ਵੀ ਕੋਈ ਆਪੋਜੀਸ਼ਨ ਦਾ ਬੰਦਾ ਹੈ, ਇਹ ਜੋ ਲਾਈਟਰ ਨੋਟ ਤੇ ਕਹਾਂਗਾ, ਇੱਕ WhatsApp ਤੇ ਵੀ ਰੀਸੈਂਟਲੀ ਇੱਕ ਵੌਇਸ ਨੋਟ ਚੱਲ ਰਿਹਾ ਸੀਗਾ ਕਿ ਬੰਦਾ ਕਹਿੰਦਾ ਜੀ ਕਿ ਮੈਂ ਈਡੀ ਦੇ ਦਫ਼ਤਰ ਤੋਂ ਬੋਲ ਰਿਹਾ, ਦੂਜਾ ਬੰਦਾ ਇਮੀਡੀਏਟਲੀ ਫੋਨ ਤੇ ਕਹਿੰਦਾ ਜੀ ਮੈਂ ਤਾਂ ਕੱਲ ਹੀ ਬੀਜੇਪੀ ਜੁਆਇਨ ਕਰ ਲਈ। ਈਡੀ ਦਾ ਅਫਸਰ ਕਹਿੰਦਾ ਹੈ ਕਿ ਉਹ ਆਮ ਸੌਰੀ ਮੈਂ ਗਲਤ ਫੋਨ ਮਿਲਾ ਲਿਆ, ਤੁਸੀਂ ਵੀ ਜ਼ਰੂਰ ਸੁਣਿਆ ਹੋਣਾ। ਤਾਂ ਉਹ ਜਿਹੜੀ ਦੇਖੋ ਜਿਹੜੀ ਲੋਕਾਂ ਦੇ ਮੂੰਹ ਤੇ ਗੱਲ ਹੁੰਦੀ ਹੈ, ਇਹ ਗੱਲ ਆਮ ਲੋਕਾਂ ਦੇ ਜ਼ੁਬਾਨ ਤੇ ਹੈਗੀ ਹੈ। ਪਹਿਲਾਂ ਤਾਂ ਇਹ ਕਾਂਗਰਸ ਪਾਰਟੀ ਕਹਿੰਦੀ ਸੀ, ਹੁਣ ਅੱਜ ਦੇ ਦਿਨ ਹਰ ਇੱਕ ਆਮ ਆਦਮੀ ਇਹ ਗੱਲ ਜਾਣਦਾ ਹੈ ਕਿ ਯਾਰ ਉਸ ਤੇ ਰੇਡ ਪੈ ਗਈ, ਯਾਰ ਉਹ ਬੀਜੇਪੀ ਦਾ ਨਹੀਂ ਹੈਗਾ ਨਾ, ਉਹ ਦੂਜੀ ਪਾਰਟੀ ਦਾ। ਤੇ ਜਿਹੜੀ ਡੈਮੋਕ੍ਰੈਟਿਕਲੀ ਫਾਰਮਡ ਇੰਸਟੀਟਿਊਸ਼ਨਸ ਨੇ, ਜਿਨ੍ਹਾਂ ਨੇ ਕੰਟਰੀ ਦੀ, ਜਿਵੇਂ ਆਪਾਂ CBI ਹੋ ਗਿਆ, ED ਹੋ ਗਿਆ, ਜਿਨ੍ਹਾਂ ਦਾ ਕੰਮ ਸੀਗਾ ਕਿ ਤੁਸੀਂ ਅਨਬਾਇਸਡ ਹੋ ਕੇ ਤੁਸੀਂ ਕ੍ਰਾਈਮ ਨੂੰ ਤੁਸੀਂ ਇਨਵੈਸਟੀਗੇਟ ਕਰਨਾ ਹੈ, ਆਪਾਂ ਜਾਣਦੇ ਹਾਂ ਓਵਰ ਦੀ ਪੀਰੀਅਡ ਉਹ ਕਿਸ ਹਿਸਾਬ ਨਾਲ ਉਹਨਾਂ ਨੂੰ ਮੈਨੀਪੂਲੇਟ ਕੀਤਾ ਗਿਆ, ਯੂਜ਼ ਕੀਤਾ ਗਿਆ। ਤੁਸੀਂ ਪੂਰੇ ਹਿੰਦੁਸਤਾਨ ਵਿੱਚ ਚੱਕ ਕੇ ਦੇਖ ਲਓ, ਈਡੀ ਕਿੱਥੇ ਐਕਟਿਵ ਹੈ? ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈਗੀ। ਬਿਲਕੁਲ ਸਰ, ਇੱਕ ਚੀਜ਼ ਹੋਰ, ਜਿਸ ਤਰ੍ਹਾਂ ਹੁਣ ਇਹ ਤਾਂ ਚਲੋ ਆਪਣੇ ਢਿੱਲੋਂ ਸਾਹਿਬ ਦੀ ਗੱਲ ਕਰਦੇ ਹਾਂ, ਕੁਝ ਸਟੇਟ ਦੇ ਆਪਣੇ ਵਿਧਾਇਕ MP ਜਾਂ ਮੌਜੂਦਾ MLA ਸੀਗੇ, ਉਹ ਵੀ ਪਿੱਛੇ ਸਮੇਂ ਛੱਡ ਕੇ ਗਏ ਨੇਗੇ, ਜਿਹੜੇ ਖੁਦ 30 35 40 ਮਤਲਬ ਕਹਿ ਸਕਦੇ ਸ਼ੁਰੂ ਤੋਂ ਹੀ ਕਾਂਗਰਸ ਤੇ ਸੀਗੇ, ਵਫਾਦਾਰ ਸਿਪਾਹੀ। ਇਹ ਜਿਹਾ ਉਹਨਾਂ ਨੇ ਕੀ, ਉਹਨਾਂ ਨੂੰ ਇਹੋ ਜਿਹਾ ਡਰ ਸੀ ਜਾਂ ਤੁਹਾਨੂੰ ਲੱਗਦਾ ਕੋਈ 2 ਨੰਬਰ ਦਾ ਕੰਮ ਕਰਦੇ ਸੀ? ਜੀ ਮੈਂ ਉਸ ਬਾਰੇ ਕੁਝ ਨਹੀਂ ਕਹਿ ਸਕਦਾ, ਮੈਂ ਤਾਂ ਇੰਨਾ ਜਾਣਦਾ ਇੱਕ ਬੰਦਾ ਨਹੀਂ, ਨਾਲ ਕੈਪਟਨ ਦੇ ਜਾਣ ਤੋਂ ਬਾਅਦ ਕਹਿਣ ਦੇ ਹੁੰਦੇ ਬੰਦੇ ਛੱਡ ਕੇ ਚਲੇ ਗਏ, ਜਿਹੜੇ ਕਿਸੇ ਟਾਈਮ ਇਸ ਪਾਰਟੀ ਨੂੰ ਮਾਂ ਕਹਿੰਦੇ ਸੀਗੇ ਵੀ ਮਾਂ ਪਾਰਟੀ ਹੈ, ਸਾਡਾ ਪਰਿਵਾਰ ਹੈ ਇੱਕ, ਤੇ ਦੂਜੇ ਵਿਰੋਧੀਆਂ ਨੇ ਦੂਜੀ ਪਾਰਟੀ ਨੂੰ ਵਿਰੋਧੀ ਨੂੰ ਤਾਂ ਕਹਿੰਦੇ ਸੀ ਹਮੇਸ਼ਾ ਵੀ ਇਹਦੇ ਚ ਕਮੀ ਲੱਭਦੇ ਸੀ। ਬਿਲਕੁਲ ਇੱਕਦਮ ਹੀ ਸਰ ਰਾਤੋਂ ਰਾਤ ਉਹ ਕਿਵੇਂ ਮਾਂ ਬਣ ਗਈ, ਇੱਧਰ ਇਹ ਕਿਵੇਂ ਸਤੇਲੀ ਬਣੀ? ਦੇਖੋ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ। ਚਲੋ ਤੁਹਾਡੇ ਇਹ ਸਵਾਲ ਕਰਨ ਦਾ ਮਤਲਬ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਸਵਾਲ ਨਾਲ ਦੇ ਨਾਲ ਹਰ ਲੋਕਾਂ ਦੇ ਦਿਮਾਗ 'ਚ ਵੀ ਹੈਗਾ ਕਿ ਇਹ ਜਿਹਾ ਕੀ ਹੋ ਗਿਆ ਜੀ। ਜਦੋਂ ਤੁਸੀਂ ਇਹ ਗੱਲਾਂ ਸੋਚਦੇ ਹੋ, 2 ਹੀ ਚੀਜ਼ਾਂ ਦਿਮਾਗ 'ਚ ਆਉਂਦੀਆਂ ਐਜ਼ ਅ ਕਾਮਨ ਮੈਨ। ਮੈਂ ਕੋਈ ਬਹੁਤ ਵੱਡਾ ਐਕਸਪਰਟ ਨਹੀਂ ਹੈਗਾ, ਜਾਂ ਤਾਂ ਉਹਨਾਂ ਦੇ ਉੱਪਰ ਪ੍ਰੈਸ਼ਰ ਸੀਗਾ ਕੋਈ, ਜੇ ਤੁਸੀਂ ਨਹੀਂ ਕਰੋਗੇ ਤਾਂ ਆਪਾਂ ਇਹ ਕਰ ਦਾਂਗੇ, ਨੈਚੁਰਲ ਹੈ। ਜੋ ਰਾਤੋਂ ਰਾਤ ਆਪਦੀ ਅਲੀਜੀਅੰਸ ਬਦਲੇ, ਅੱਜ ਮੈਂ ਰਾਤੀ ਕਿਸੇ ਚੀਜ਼ ਨੂੰ ਕ੍ਰਿਟਿਸਾਈਜ਼ ਕਰਾਂ ਤੇ ਸਵੇਰੇ ਜਾ ਕੇ ਉਹਨਾਂ ਦੀ ਮੈਂ ਜੀ ਹਜ਼ੂਰੀ ਕਰਾਂ, ਜਾਂ ਤਾਂ ਕੋਈ ਪ੍ਰੈਸ਼ਰ ਹੈ ਜਾਂ ਉਹਨੂੰ ਲੱਗਦਾ ਹੈ ਕਿ ਸਾਡਾ ਪਤਾ ਨਹੀਂ ਕੀ ਪੋਲੀਟੀਕਲ ਕੈਰੀਅਰ ਉੱਥੇ ਬਣ ਜਾਏਗਾ। ਸਰ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਮੈਂ ਕਹਿੰਦਾ ਪੁਸਤਕਾਂ ਤੱਕ ਵੀ ਰੋਟੀਆਂ ਨਹੀਂ ਖਤਮ ਹੁੰਦੀਆਂ ਜੀ, ਨਹੀਂ ਹੁੰਦੀਆਂ, ਤੇ ਪਾਰਟੀ ਨੇ ਉਹਨਾਂ ਨੂੰ ਆਇਡੈਂਟੀਟੀ, ਉਹਨਾਂ ਨੂੰ ਕਿਸੇ ਦੀ ਲੋੜ ਵੀ ਨਹੀਂ ਸੀ। ਪਾਰਟੀ ਨੇ ਆਇਡੈਂਟੀਟੀ ਦਿੱਤੀ, ਪਾਰਟੀ ਨੇ ਉਹਨਾਂ ਨੂੰ ਮੰਤਰੀ ਬਣਾਇਆ, ਮੁੱਖ ਮੰਤਰੀ ਬਣਾਇਆ, ਉਹਨਾਂ ਦੇ ਅੱਗੇ ਫੈਮਿਲੀ ਦੇ ਬੱਚਿਆਂ ਨੂੰ ਪਾਰਟੀ ਨੇ ਅਕੋਮੋਡੇਟ ਕੀਤਾ, ਸਾਰਾ ਕੁਝ ਦਿੱਤਾ, ਕੀ ਨਹੀਂ ਦਿੱਤਾ? ਹੁਣ ਤੁਸੀਂ ਆਪ ਸੋਚੋ ਜੇ ਤੁਸੀਂ ਕਿਸੇ ਬਾਰੇ ਇੰਨਾ ਕੁਝ ਕਰੋ, ਉਹ ਬੰਦਾ ਛੱਡ ਕੇ ਚਲਾ ਜਾਏ, ਇਹ ਪਾਰਟੀ ਦੇ ਇਲਾਵਾ ਉਸ ਬੰਦੇ ਦੇ ਬਾਰੇ ਦੱਸਦਾ ਕਿ ਉਹ ਬੰਦੇ ਕਿੰਨੇ ਹਲਕੇ ਸੀਗੇ। ਬਿਲਕੁਲ ਜੀ। ਤੇ ਜਿਹੜਾ ਬੰਦਾ 30 ਸਾਲ 35 ਸਾਲ 40 ਸਾਲ ਇੱਕ ਜਗ੍ਹਾ ਲਾ ਕੇ ਉਹਦਾ ਸਕਾ ਨਹੀਂ ਹੋ ਸਕਦਾ, ਤੁਸੀਂ ਮੰਨ ਸਕਦੇ ਹੋ ਦੂਜੀ ਜਗ੍ਹਾ ਜਾ ਕੇ ਉਹ ਉੱਥੇ ਕੰਮ ਕਰੇਗਾ? ਇਹ ਸਿਰਫ ਉਹਨਾਂ ਦੀ ਆਪਦੀ ਮੋਮੈਂਟਰੀ ਪੋਲਿਟਿਕਸ ਹੈਗੀ ਹੈ। ਉਹ ਸ਼ਾਇਦ ਉਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋਈ, ਸ਼ਾਇਦ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਸਾਡੀ ਹਾਰ ਹੋ ਗਈ, ਹੁਣ ਅਸੀਂ ਲੋਕਾਂ ਵਿੱਚ ਕਿਵੇਂ ਜਾਵਾਂਗੇ, ਕਿਵੇਂ ਗੱਲ ਕਰਾਂਗੇ, ਲੋਕੀ ਸਾਨੂੰ ਪੁੱਛਣਗੇ ਤੁਸੀਂ ਕੰਮ ਨਹੀਂ ਕੀਤਾ, ਇਸ ਕਰਕੇ ਅਸੀਂ ਤੁਹਾਨੂੰ ਹਰਾਇਆ। ਉਹ ਜਵਾਬ ਨਹੀਂ ਦੇ ਸਕਦੇ ਉਹਨਾਂ ਦੀਆਂ ਗੱਲਾਂ ਦਾ, ਉਹ ਸੋਚਦੇ ਅਸੀਂ ਦੂਜੀ ਪਾਰਟੀ ਜਾ ਕੇ ਬਹਿ ਜਾਓ, ਉਹ ਰੂਲਿੰਗ ਪਾਰਟੀ ਹੈ, ਸ਼ਾਇਦ ਅਸੀਂ ਸਾਨੂੰ ਸਾਰਾ ਕੁਝ ਅਸੀਂ
ਕਵਰ ਕਰ ਲਾਂਗੇ। ਬਿਲਕੁਲ ਸਰ ਇਹ ਵੱਡੇ ਹਸਤੀਆਂ ਜਾਣ ਦੇ ਨਾਲ ਲੱਗਦਾ ਕਿ ਸਟੇਟ ਦੇ ਵਿੱਚ ਵੀ ਪਾਰਟੀ ਨੂੰ ਕੋਈ ਝਟਕਾ ਲੱਗਿਆ, ਮਤਲਬ ਕਮੀ ਪਾਰਟੀ ਮਜ਼ਬੂਤ ਹੋਈ ਹੈ ਜੀ, ਹੋਰ ਲੋਕੀ ਅੱਗੇ ਆਣਗੇ, ਯੰਗਸਟਰਸ ਨੂੰ ਮੌਕਾ ਮਿਲੇਗਾ ਅੱਗੇ ਆਉਣ ਨੂੰ ਜੀ, ਕਿਉਂਕਿ ਲੋਕਾਂ ਨੇ ਉਹਨੂੰ ਦੇਖ ਲਿਆ, ਹੁਣ ਤਾਂ ਬਿਲਕੁਲ ਹੀ ਦੇਖ ਲਿਆ ਛੱਡਣ ਤੋਂ ਬਾਅਦ। ਤੇ ਮੈਂ ਜਿਵੇਂ ਕਹਿ ਰਿਹਾ, ਲੋਕਾਂ ਦੇ ਮਨ 'ਚ ਕਾਂਗਰਸ ਲਈ ਇੱਕ ਪਿਆਰ ਹੈ, ਇੱਕ ਵਿਸ਼ਵਾਸ ਹੈਗਾ, ਤੇ ਕਾਂਗਰਸ ਲੋਕੀ ਚਾਹੁੰਦੇ ਨੇ ਕਿ ਨਵੇਂ ਲੋਕੀ ਅੱਗੇ ਆਣ। ਜਿਵੇਂ ਸਾਡੇ ਹੁਣ ਪ੍ਰੈਜ਼ੀਡੈਂਟ ਨੇ, ਇਜ਼ ਅ ਨਿਊ ਫੇਸ, ਪਾਰਟੀ ਨੇ ਪ੍ਰੈਜ਼ੀਡੈਂਟ ਹੈ ਤਾਂ 3 ਟਾਈਮ ਐਮਐਲਏ ਪੁਰਾਣੇ ਵੱਡੇ ਲੀਡਰ ਨੇ, ਲੇਕਿਨ ਐਜ਼ ਪ੍ਰੈਜ਼ੀਡੈਂਟ ਇੱਕ ਨਵੇਂ ਚਿਹਰੇ ਨੂੰ ਅੱਗੇ ਲੈ ਕੇ ਆਏ ਨੇ। ਇਸ ਤਰ੍ਹਾਂ ਉਹ ਵੀ ਆਪਦੇ ਨਾਲ ਇੱਕ ਕੋਸ਼ਿਸ਼ ਕਰਕੇ ਅੱਛੇ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਨੇ, ਤਾਂ ਕਿ ਜਿਹੜੀ ਇੱਕ ਪਾਰਟੀ ਨੂੰ, ਜਿਵੇਂ ਪਹਿਲਾਂ ਵੀ ਕਿਹਾ ਸੀ, ਦੁਬਾਰਾ ਤੋਂ ਇੱਕ ਰੀਬਿਲਡ ਹੋ ਸਕੇ ਗਰਾਊਂਡ ਲੈਵਲ ਤੋਂ। ਇਹ ਸਰ ਸਟੇਟ ਦੀ ਗੱਲ ਹੋ ਗਈ, ਸੈਂਟਰ ਦੀ ਗੱਲ ਕਰੀਏ ਵੀ ਕਈ ਸਟੇਟਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਬੜੀ ਡਾਊਨ ਹੋਈ ਹੈਗੀ, ਪਿਛਲੇ ਸਮੇਂ ਤੋਂ ਵੀ ਲਗਾਤਾਰ ਹੀ ਡਾਊਨ ਹੁੰਦੀ ਜਾ ਰਹੀ ਹੈਗੀ। ਜਿਹੜੇ ਹੁਣ ਰਾਹੁਲ ਗਾਂਧੀ ਨੇ ਉੱਤਾ ਚੁੱਕਿਆ ਹੋਇਆ ਹੈਗਾ, ਮਤਲਬ ਚਾਰ ਪਾਸੇ ਪ੍ਰਚਾਰ ਵੀ ਹੋ ਰਹੇ ਨੇ, ਪਬਲਿਕ ਵੀ ਜੁੜ ਰਹੀ ਹੈ, ਕੀ ਲੱਗਦਾ ਆਉਣ ਵਾਲੇ ਸਮੇਂ ਵਿੱਚ ਕੋਈ ਬਦਲਾਅ ਨਜ਼ਰ ਆਉਂਦਾ ਹੈ? ਦੇਖੋ ਜੀ, ਲੋਕੀ ਬੜੇ ਜਾਗਰੂਕ ਨੇ, ਉਹ ਸਾਰਾ ਕੁਝ ਸਮਝਦੇ ਨੇ। ਜਦੋਂ ਬੀਜੇਪੀ ਦੀ ਸਰਕਾਰ ਪਹਿਲਾਂ 2014-19 ਵਿੱਚ ਆਈ, ਉਹਨਾਂ ਨੇ ਫੇਰ ਮੈਂ ਕਹਾਂਗਾ ਬਹੁਤ ਵੱਡੇ ਵਾਅਦੇ ਕੀਤੇ ਕਿ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ, ਸਭ ਨੂੰ 15 ਲੱਖ ਰੁਪਏ ਦੇਵਾਂਗੇ, 2022 ਤੱਕ ਸਭ ਨੂੰ ਮਕਾਨ ਦੇਵਾਂਗੇ। ਤੇ ਜਿਹੜਾ ਇੱਕ ਆਮ ਵੋਟਰ ਹੈ, ਉਹ ਸ਼ਾਇਦ ਉਹਨਾਂ ਦੀ ਗੱਲਾਂ ਵਿੱਚ ਮੈਂ ਕਹਾਂਗਾ ਆਇਆ, ਉਹਨਾਂ ਨੇ ਉਹਨਾਂ ਨੂੰ ਮੌਕਾ ਦਿੱਤਾ। ਲੇਕਿਨ ਅੱਜ ਦੇ ਦਿਨ ਦੇਸ਼ ਦੀ ਹਾਲਤ ਬਹੁਤ ਵੱਖਰੀ ਹੈ, ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ, ਮਹਿੰਗਾਈ ਵੀ ਆਲ ਨੋ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਮੈਂ ਪੁੱਛਣਾ ਚਾਹੁੰਦਾ, ਅੱਜ ਦੇ ਦਿਨ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ, ਜਦੋਂ ਉਸ ਟਾਈਮ ਕਿਸੇ ਕਾਰਨ 10 ਜਾਂ 20 ਪੈਸੇ ਵੀ ਪੈਟਰੋਲ ਦਾ ਰੇਟ ਵੱਧਦਾ ਸੀਗਾ, ਉਹ ਸੜਕ ਤੇ ਆ ਕੇ ਲਿਟਦੇ ਸੀਗੇ ਤੇ ਨਾਰੇ ਲਾਉਂਦੇ ਸਰਕਾਰ ਤੇ। ਉਹ ਕਿੱਥੇ ਨੇ ਅੱਜ ਦੇ ਦਿਨ? ਕਿੱਥੇ ਨੇ ਸਾਡੀ ਸਮ੍ਰਿਤੀ ਇਰਾਨੀ ਜੀ, ਜਿਹੜੇ ਗਲੇ ਵਿੱਚ ਹੇਮਾ ਮਾਲਿਨੀ ਜੀ ਸਬਜ਼ੀਆਂ ਦੀ ਮਾਲਾ ਪਾ ਕੇ ਡੈਮੋਨਸਟ੍ਰੇਸ਼ਨ ਕਰਦੀਆਂ ਸੀ ਕਿ ਇੰਨੀ ਮਹਿੰਗਾਈ ਹੋ ਗਈ। ਉਸ ਸਮੇਂ ਜੇ ਦਾਲ 80 ਰੁਪਏ ਦੀ ਸੀ, 250 ਰੁਪਏ ਦੀ ਹੋਈ, ਕਿੱਥੇ ਨੇ ਅੱਜ ਦੇ ਦਿਨ ਉਹ? ਲੋਕੀ ਸਾਰੇ ਇਹ ਗੱਲਾਂ ਨੂੰ ਸਮਝਦੇ ਨੇ। GST, ਰੋਜ਼ ਵੱਡੇ ਕਲੇਮਸ ਆਉਂਦੇ ਨੇ ਨਿਊਜ਼ਪੇਪਰਸ ਕਿ GST ਕਲੈਕਸ਼ਨ ਇਜ਼ ਆਲ ਟਾਈਮ ਹਾਈ। ਹੁਣ ਜੇ ਤੁਸੀਂ ਟੈਕਸ ਲਾਈ ਜਾਓਗੇ ਤੇ ਟੈਕਸ ਦੀ ਪਰਸੈਂਟੇਜ ਵਧਾਈ ਜਾਓਗੇ, ਨੈਚੁਰਲ ਵਿੱਚ 5 ਲੱਖ ਕਰੋੜ ਇਕੱਠਾ ਕਰ ਲਓ, ਉਸ ਕੀ ਅਚੀਵਮੈਂਟ ਹੈਗੀ ਹੈ। ਗੱਲ ਤਾਂ ਬੰਦੀ ਕਿ ਦੇਸ਼ ਇਨਫਲੇਸ਼ਨ ਘੱਟ ਹੁੰਦੀ, ਇੰਪਲੋਇਮੈਂਟ ਵੱਧਦੀ, ਉਹ ਨਹੀਂ ਹੋ ਰਿਹਾ। ਹਰ ਪਾਸੇ ਜਦੋਂ ਵੀ ਇਲੈਕਸ਼ਨ ਦਾ ਟਾਈਮ ਆਉਂਦਾ ਹੈ, ਲੋਕਾਂ ਨੂੰ ਰਿਲੀਜਨ ਦੇ ਨਾਮ ਤੇ ਡਿਵਾਈਡ ਕੀਤਾ ਜਾਂਦਾ ਹੈ, ਇੰਡੀਆ ਪਾਕਿਸਤਾਨ ਦੀ ਗੱਲ ਕੀਤੀ ਜਾਂਦੀ ਹੈ, ਕੋਈ ਸਰਕਾਰ ਨੂੰ ਸਵਾਲ ਪੁੱਛਦਾ ਹੈ, ਉਹਨੂੰ ਦੇਸ਼ ਧਰੋਹੀ ਕਿਹਾ ਜਾਂਦਾ ਹੈ। ਯੰਗਸਟਰਸ ਜਿਹਨੂੰ ਨੌਕਰੀ ਦੇਣੀ ਚਾਹੀਦੀ ਸੀ, ਪ੍ਰਧਾਨ ਮੰਤਰੀ ਜੀ ਆਪ ਕਹਿੰਦੇ ਨੇ ਜੇ ਉਹ ਪਕੌੜੇ ਵੀ ਤਲਦੇ ਨੇ ਤਾਂ ਇੰਪਲੋਇਮੈਂਟ ਹੈਗੀ ਹੈ। ਅਮਿਤ ਸ਼ਾਹ ਜੀ ਨੇ ਆਪ ਕਿਹਾ ਕਿ ਉਹ ਤਾਂ ਜੁਮਲਾ ਸੀਗਾ ਜਦੋਂ ਗੱਲ ਚੱਲੀ ਇਲੈਕਸ਼ਨ ਪ੍ਰੋਮਿਸ ਦੀ। ਮਤਲਬ ਲੋਕੀ ਸਾਰੀ ਚੀਜ਼ਾਂ ਨੂੰ ਸਮਝਦੇ ਨੇ ਤੇ ਤਾਂ ਹੀ ਬੀਜੇਪੀ ਹਤਾਸ਼ ਹੋਈ ਹੈ। ਤੁਸੀਂ ਆਪ ਦੇਖਿਆ ਉਹਨਾਂ ਨੇ ਮਹਾਰਾਸ਼ਟਰ 'ਚ ਕੀ ਕੀਤਾ, ਸਰਕਾਰ ਤੋੜੀ, ਕਰਨਾਟਕਾ 'ਚ ਸਰਕਾਰ ਤੋੜੀ, ਗੋਆ 'ਚ ਸਰਕਾਰ ਤੋੜੀ। ਉਹਨਾਂ ਦਾ ਕੰਮ ਹੀ ਇਹ ਰਹਿ ਗਿਆ ਕਿ ਜਿੱਥੇ ਸਾਡੀ ਸਰਕਾਰ ਹੈਗੀ ਨਹੀਂ। ਮੈਂ ਤਾਂ ਸੋਚਦਾ ਕਈ ਵਾਰੀ ਇੰਡੀਵਿਜੂਅਲੀ ਗੱਲ ਕਰ ਰਹੇ ਹਾਂ, ਇੰਨੀ ਕਿੰਨੀ ਪਾਵਰ ਚਾਹੀਦੀ ਹੈ? ਸੈਂਟਰ ਤੁਸੀਂ ਹੋ, ਤੁਹਾਡੀ ਸਟੇਟਾਂ ਤੁਸੀਂ ਹੋ, ਆਪੋਜੀਸ਼ਨ ਦੀ ਤਾਂ ਲੋੜ ਹਮੇਸ਼ਾ ਸੀਗੀ, ਹੈ ਤੇ ਰਹੇਗੀ। ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਪਬਲਿਕ ਨੂੰ ਸਮਝ ਆ ਰਹੀ ਹੈ, ਪਬਲਿਕ ਫਿਰ ਵੀ ਵੋਟ ਉਧਰ ਹੀ ਪਾ ਰਹੀ ਹੈ। ਸਿਰਫ ਇੱਕ ਗੱਲ ਤੁਹਾਨੂੰ ਇਹ ਨਹੀਂ ਨਜ਼ਰ ਆ ਰਹੀ ਵੀ ਧਰਮ ਦੇ ਨਾਮ ਤੇ ਲੜਾਈ ਲੜੀ ਜਾਂਦੀ ਹੈ ਜੀ। ਮੈਂ ਤਾਂ ਪਹਿਲਾਂ ਗੱਲ ਕਹੀ ਜੀ, ਕਿਉਂਕਿ ਇੱਥੇ ਆਪਣੇ ਹਿੰਦੁਸਤਾਨ 'ਚ ਮੈਕਸਿਮਮ ਵੋਟ ਹਿੰਦੂ ਧਰਮ ਦੀ ਹੈ ਜੀ। ਹਿੰਦੂ ਧਰਮ ਖੁਦ ਵੀ ਕਈ ਐਸੇ ਲੋਕ ਨੇ ਜਿਹੜੇ ਖੁਦ ਵੀ ਕਹਿੰਦੇ ਨੇਗੇ ਜਿਹੜੀ 100 ਰੁਪਏ ਚੀਜ਼ ਹੈ, ਕੱਲ੍ਹ ਨੂੰ 200 ਦੀ, ਤਾਂ ਵੀ ਅਸੀਂ ਵੋਟ ਇੱਧਰ ਹੀ ਪਾਣੀ ਹੈ। ਦੇਖੋ ਸਰ ਇਹ ਸਮੱਸਿਆ ਦਾ ਇੰਡੀਵਿਜੂਅਲ ਕਿਸੇ ਦੀ ਸੋਚ ਹੋ ਸਕਦੀ ਹੈ, ਬਟ ਮੈਨੂੰ ਲੱਗਦਾ ਹੈ ਕਿ ਸਾਰੇ ਲੋਕੀ ਪਹਿਲਾਂ ਹਿੰਦੁਸਤਾਨੀ ਨੇ, ਦੇ ਆਲ ਇੰਡੀਅਨਸ ਫਰਸਟ, ਠੀਕ ਹੈ। ਉਹ ਬੀਜੇਪੀ ਨੇ ਕੋਸ਼ਿਸ਼ ਕਰ ਰਹੀ ਹੈ ਡਿਵਾਈਡ ਕਰਨ ਦੀ ਲੋਕਾਂ ਨੂੰ ਰਿਲੀਜਨ ਤੇ ਲਾਈਨ ਤੇ, ਲੇਕਿਨ ਜਿਹੜੇ ਵੀ ਲੋਕੀ ਠੀਕ ਗੱਲ ਸੋਚਦੇ ਨੇ, ਉਹ ਦੇਸ਼ ਦੀ ਤਰੱਕੀ ਵਿੱਚ ਵਿਸ਼ਵਾਸ ਰੱਖਦੇ, ਉਹ ਗੱਲਾਂ ਵਿੱਚ ਨਹੀਂ ਆਉਂਦੇ। ਤੇ ਜੋ ਮਰਜ਼ੀ ਕਰ ਲਓ, ਚਾਹੇ ਤੁਸੀਂ ਲੋਕਾਂ ਨੂੰ ਉਹਨਾਂ ਦੀ ਟੈਨਸ਼ਨ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰੋ ਰਿਲੀਜਨ ਦੇ ਨਾਮ ਤੇ, ਲੇਕਿਨ ਹਰ ਇੱਕ ਬੰਦੇ ਨੂੰ ਕੰਮ ਚਾਹੀਦਾ ਹੈ, ਨੌਕਰੀ ਚਾਹੀਦੀ ਹੈ, ਰੋਜ਼ੀ ਰੋਟੀ ਚਾਹੀਦੀ ਹੈ ਜੀ। ਇਹ ਕਹਿਣ ਵਾਸਤੇ ਗੱਲਾਂ ਠੀਕ ਨੇ ਕਿ ਜਿਵੇਂ 100 ਰੁਪਏ ਚੀਜ਼ 500 ਹੋ ਜਾਏ, ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਹੈ। ਜਦੋਂ ਦੇਣੇ ਪੈਣਗੇ 500 ਰੁਪਏ, ਉਹ ਨੌਕਰੀ ਨਹੀਂ ਹੋਏਗੀ, ਫਿਰ ਡੈਫੀਨੇਟਲੀ ਉਹਨੂੰ ਯਾਦ ਆਏਗਾ ਕਿ ਮੈਨੂੰ ਕੀ ਚਾਹੀਦਾ ਹੈ। ਇਹ ਉਹਨਾਂ ਨੇ ਐਕਸਪਰਟ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਲੋਕੀ ਸਾਰੀ ਚੀਜ਼ਾਂ ਨੂੰ ਸਮਝਦੇ ਨੇ ਜੀ। ਸਰ ਜਿਸ ਤਰ੍ਹਾਂ ਤੁਸੀਂ ਹਿੰਦੁਸਤਾਨ ਦੀ ਗੱਲ ਕਰ ਰਹੇ ਹੋ ਵੀ ਹਿੰਦੁਸਤਾਨੀ ਨਾਮ ਵੀ ਦੱਸਿਆ ਕਿ ਵੀ ਬੜੇ ਬਾਅਦ ਦੇ ਵਿੱਚ ਧਰਿਆ ਗਿਆ। ਜਦੋਂ ਸ਼ੁਰੂਆਤ ਹੋਈ ਸੀ, ਇੱਕ ਭਾਰਤ ਨਾਮ ਤੇ ਦੇਸ਼ ਬਣਿਆ ਸੀਗਾ, ਭਾਰਤ ਨਾਮ ਤੇ ਜੀ, ਉਦੋਂ ਸਾਰੇ ਲੋਕ ਇਕਜੁੱਟ ਸੀ, ਉੱਥੇ ਕੋਈ ਧਰਮ ਦੀ ਗੱਲ ਨਹੀਂ ਹੁੰਦੀ ਸੀ। ਬਾਅਦ ਦੇ ਵਿੱਚ ਜਦੋਂ ਹਿੰਦੂ ਮੁਸਲਿਮ ਹੋ ਗਿਆ, ਉੱਥੇ ਉਦੋਂ ਬਾਅਦ ਨਾਮ ਧਰਿਆ ਗਿਆ ਹਿੰਦੂਸਤਾਨੀ, ਵੀ ਹਿੰਦੁਸਤਾਨ। ਉਹੀ ਗੱਲਾਂ ਮਤਲਬ ਆਪਾਂ ਵੀ ਇੰਨਾ ਹਿਸਟਰੀ ਦਾ ਐਕਸਪਰਟ ਤਾਂ ਨਹੀਂ ਹੈਗਾ, ਬਟ ਮੈਂ ਇੰਨਾ ਜਾਣਦਾ ਹੈ ਕਿ ਜਿਹੜੇ ਅੱਜ ਦੇ ਦਿਨ ਲੋਕਾਂ ਨੂੰ ਨੈਸ਼ਨਲਿਜ਼ਮ ਦੇ ਲੈਕਚਰ ਦੇਣ ਦੀ ਕੋਸ਼ਿਸ਼ ਕਰਦੇ ਨੇ, ਇਹ ਉਹੀ ਪਾਰਟੀ ਹੈ ਜਿਹਨੇ 2002 ਤੱਕ ਆਪਦੇ ਹੈੱਡਕੁਆਟਰਸ ਵਿੱਚ ਵੀ ਇੰਡੀਆ ਦਾ ਫਲੈਗ ਨਹੀਂ ਲਾਇਆ ਸੀਗਾ। ਤੇ ਜਿਹੜੀ ਇਹ ਜੀ ਪਾਰਟੀ ਜਿਹਨੇ ਆਜ਼ਾਦੀ ਦੇ 55 ਸਾਲ ਬਾਅਦ ਤੱਕ ਵੀ
ਨੈਸ਼ਨਲ ਫਲੈਗ ਨੂੰ ਐਕਸੈਪਟ ਨਹੀਂ ਕੀਤਾ ਸੀਗਾ, ਉਹ ਅੱਜ ਦੇ ਦਿਨ ਲੋਕਾਂ ਨੂੰ ਰਾਸ਼ਟਰਵਾਦ ਦੇ ਲੈਕਚਰ ਦੇਣ ਦੀ ਕੋਸ਼ਿਸ਼ ਕਰਨ, ਲੋਕਾਂ ਨੂੰ ਡਿਸਟਿੰਕਸ਼ਨ ਡਰਾ ਕਰਨ ਦੀ ਕੋਸ਼ਿਸ਼ ਕਰਨ ਕਿ ਹਿੰਦੁਸਤਾਨ, ਹਿੰਦੁਸਤਾਨੀ, ਇਹ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਉਹਨਾਂ ਗੱਲਾਂ ਸ਼ੋਭਾ ਨਹੀਂ ਕਰਦੀਆਂ, ਦਿੰਦੀਆਂ ਨਹੀਂ, ਸੌਰੀ। ਤੇ ਬੇਸਿਕਲੀ ਜਿਹੜਾ ਸਾਡੇ ਫਰੀडम ਫਾਈਟਰ ਸੀਗੇ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀਗਾ, ਉਹਨਾਂ ਦਾ ਇੱਕ ਸੁਪਨਾ ਹੋਰ ਸੀਗਾ ਦੇਸ਼ ਵਾਸਤੇ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ, ਠੀਕ ਹੈ। ਜਦੋਂ ਬ੍ਰਿਟਿਸ਼ਰਸ ਇੰਡੀਆ ਨੂੰ ਛੱਡ ਕੇ ਗਏ ਸੀ, ਉਹਨਾਂ ਨੇ ਇੱਕ ਬਹੁਤ ਵੱਡਾ ਡਾਊਟ ਲਾਇਆ ਸੀ ਕਿ ਇੰਡੀਆ ਕੈਨ ਨੈਵਰ ਬੀ ਸਕਸੈਸਫੁਲ, ਕਿਉਂਕਿ ਇੰਨੇ ਧਰਮ ਦੇ ਲੋਕ, ਇੰਨੇ ਡਿਫਰੈਂਟ ਸੋਚ ਦੇ ਲੋਕ ਰਹਿੰਦੇ ਨੇ, ਉਹ ਨਹੀਂ ਇਕੱਠੇ ਰਹਿ ਸਕਦੇ। ਲੇਕਿਨ ਮੈਂ ਕਹਿਣਾ ਚਾਹੁੰਦਾ ਅੱਜ ਉਸ ਸਮੇਂ ਜਿਹੜੀ ਮਹਾਤਮਾ ਗਾਂਧੀ ਜੀ ਤੇ ਨਾਲ ਜਵਾਹਰ ਲਾਲ ਨਹਿਰੂ ਜੀ, ਜੋ ਉਹਨਾਂ ਦੀ ਜਿਹੜੀ ਸੋਚ ਸੀਗੀ, ਉਹਨਾਂ ਨੇ ਇੱਕ ਡੈਮੋਕ੍ਰੇਸੀ ਨੂੰ ਇਸ ਤਰ੍ਹਾਂ ਸਿਸਟਮ ਵਿੱਚ ਲੈ ਕੇ ਆਏ, ਇੰਨਾ ਵਧੀਆ ਸੰਵਿਧਾਨ ਅੰਬੇਦਕਰ ਜੀ ਨੇ ਲਿਖਿਆ, ਸਭ ਨੇ ਉਹਨੂੰ ਐਕਸੈਪਟ ਕੀਤਾ, ਉਹਨਾਂ ਨੇ ਕੰਟਰੀ ਨੂੰ ਇੰਨਾ ਸਟਰੋਂਗ ਬਣਾਇਆ ਉਸ ਟਾਈਮ ਤੇ ਕਿ ਸਾਰੇ ਰਿਲੀਜਨ ਦੇ ਲੋਕ, ਸਾਰੀ ਕਾਸਟ, ਕ੍ਰੀਡ, ਸਾਰੇ ਹਿੰਦੁਸਤਾਨ ਦੇ ਸਾਰੀ ਸਟੇਟਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਐਕਸੈਪਟ ਕੀਤਾ ਕਿ ਵੀ ਆਰ ਵਨ, ਤੇ ਵੀ ਵਰ ਵਨ, ਵੀ ਆਰ ਵਨ ਐਂਡ ਵੀ ਵਿਲ ਬੀ ਵਨ। ਠੀਕ ਹੈ, ਇਹ ਰਾਜਨੀਤੀ ਹੈਗੀ ਹੈ, ਚਲਦੀ ਰਹਿੰਦੀ ਹੈ, ਵੀ ਆਲ ਸਾਰੇ ਅਸੀਂ ਇੱਥੇ ਹੈਗਾ, ਆਪਾਂ ਨੂੰ ਲੜਾਂਗੇ, ਲੇਕਿਨ ਜਿਹੜਾ ਸਾਡਾ ਬੇਸਿਕ ਪਰਪਸ ਹੈਗਾ ਉਹ ਕਾਂਗਰਸ ਦਾ ਇਹੀ ਹੈਗਾ ਕਿ ਹਿੰਦੁਸਤਾਨ, ਇੰਡੀਆ, ਭਾਰਤ ਹੈਗਾ ਤੇ ਕਨਸਟੀਟਿਊਸ਼ਨ ਹੈਗਾ, ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਬਾਕੀ ਸਾਰੀ ਚੀਜ਼ਾਂ ਉਸ ਤੋਂ ਬਾਅਦ ਜਾਂਦੀਆਂ। ਬਿਲਕੁਲ ਸਰ ਹੁਣ ਆਪਾਂ ਸਟੇਟ ਦੀ ਛੋਟੀ ਜਿਹੀ ਗੱਲ ਕਰ ਰਹੇ, ਜਿਸ ਤੇ ਤੁਸੀਂ ਬੈਠੇ ਹੋਗੇ ਜਿਹੜੀ ਸਿਟੀ ਵਿੱਚ, ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਦਾ ਮੁੱਦਾ ਵੀ ਬੜੇ ਲੰਬੇ ਸਮੇਂ ਤੋਂ ਚੱਲਦਾ ਰਿਹਾ। ਸਰਕਾਰ ਕਾਂਗਰਸ ਦੀ ਸੀ ਉਸ ਟਾਈਮ, ਰਾਜੀਵ ਗਾਂਧੀ ਜੀ ਨੇ ਐਲਾਨ ਵੀ ਕੀਤਾ ਸੀਗਾ ਵੀ ਚੰਡੀਗੜ੍ਹ ਜੋ ਹੈਗਾ ਪੰਜਾਬ ਨੂੰ ਦਿੱਤਾ ਜਾਏਗਾ, ਵੀ ਜਿਹੜੀ ਇੱਥੇ ਦੀ ਪੁਲਿਸ ਆ ਗਈ, ਜੋ ਵੀ ਵਰਦੀ ਹੈ ਪਾਉਂਦੇ ਸਾਰੀ ਪੰਜਾਬ ਦੀ ਪਾਏ। ਉਸ ਸਮੇਂ ਦੀ ਇਹ ਚੀਜ਼ ਹੁਣ ਤੱਕ ਇੱਕ ਮੁੱਦਾ ਬਣਦੀ ਜਾ ਰਹੀ ਹੈ, ਪਰ ਇਹਦਾ ਕਲੀਅਰ ਨਹੀਂ ਹੋ ਪਾ ਰਿਹਾ। ਦੇਖੋ ਜੀ, ਇਹ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋ ਇਹ ਕੀ ਕਰ ਰਹੇ ਨੇ, ਇਹ ਬੀਜੇਪੀ ਦੀ ਸਰਕਾਰ ਤਾਂ ਸਾਰੀ ਪਾਵਰਸ ਪੰਜਾਬ ਤੋਂ ਖਿੱਚ ਰਹੇ ਹਨ। ਜਿਹੜੀ ਪੰਜਾਬ ਦਾ ਰਾਈਟ ਸੀਗਾ 60-40 ਰੇਸ਼ੋ ਦਾ ਆਫੀਸਰਸ ਦਾ ਚੰਡੀਗੜ੍ਹ ਵਿੱਚ, ਉਹ ਉਹਨਾਂ ਨੇ ਹਟਾਤਾ। ਜੋ ਵੀ ਚੀਜ਼ਾਂ ਸੀਗੀ ਪੰਜਾਬ ਦੀ ਚੰਡੀਗੜ੍ਹ ਦੇ ਉੱਪਰ ਰਾਈਟ ਸੀਗਾ, ਸੈਂਟਰਲ ਗਵਰਨਮੈਂਟ ਆਪਦੇ ਐਕਟਸ ਨਾਲ ਉਹ ਚੀਜ਼ਾਂ ਵੀ ਪਾਵਰ ਡੇ ਬਾਏ ਡੇ ਪੰਜਾਬ ਦੀ, ਮੈਂ ਕਹਾਂਗਾ, ਘੱਟ ਹੁੰਦੀ ਜਾ ਰਹੀ ਹੈ। ਲੇਕਿਨ ਬੜੀ ਜ਼ਰੂਰਤ ਹੈ ਅੱਜ ਦੇ ਦਿਨ, ਸਾਡੇ ਜਿਹੜੇ ਪ੍ਰੈਜ਼ੈਂਟ ਚੀਫ ਮਿਨਿਸਟਰ ਨੇ, ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ, ਉਹਨਾਂ ਨੇ ਇੰਨਾ ਚੰਗਾ ਉਹਨਾਂ ਪ੍ਰਧਾਨ ਮੰਤਰੀ ਦਾ ਵੈਲਕਮ ਕੀਤਾ, ਜੁੱਫੀਆਂ ਪਾ ਰਹੇ ਨੇ, ਉਹਨਾਂ ਨੂੰ ਕਹਿ ਰਹੇ ਨੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਤੁਸੀਂ ਇੱਥੇ ਆਏ ਹੋ। ਉਹਨਾਂ ਨੂੰ ਉਹ ਗੱਲਾਂ ਛੱਡ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਸੀ, ਪੰਜਾਬ ਦੇ ਰਾਈਟਸ ਦੀ ਗੱਲ ਕਰਨੀ ਚਾਹੀਦੀ ਸੀ। ਅੱਜ ਦੇ ਦਿਨ ਕਾਂਗਰਸ ਪਾਰਟੀ ਦਾ ਇਹ ਰੂਲ ਰਹਿਣਾ ਚਾਹੀਦਾ, ਜੋ ਕਰ ਵੀ ਰਹੀ ਹੈ, ਕਿ ਅਸੀਂ ਜਿਹੜੇ ਪੰਜਾਬ ਦੇ ਇੰਟਰਸਟ ਨੂੰ ਕਿਵੇਂ ਵਾਚ ਕਰੀਏ। ਸੈਂਟਰ ਵਿੱਚ ਉਹਨਾਂ ਦੀ ਸਰਕਾਰ, ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ, ਉਹਨੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ, ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਅੱਜ ਤੱਕ ਉਹਨਾਂ ਨੂੰ ਪੂਰੇ ਕਰਨ, ਕਿਉਂ ਨਹੀਂ ਕਰ ਰਹੇ ਨੇ। ਤੇ ਇਹ ਜਿਹੜੇ ਮੁੱਦੇ ਨੇ, ਕਾਂਗਰਸ ਪਾਰਟੀ ਜਿਹੜੇ ਲੋਕਾਂ ਦੇ ਇੰਟਰਸਟ ਦੇ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਉਹਨੂੰ ਚੁੱਕਦੀ ਰਹੇਗੀ ਤੇ ਸਾਡਾ ਐਜ਼ ਅ ਰਿਸਪੌਂਸਿਬਲ ਆਪੋਜੀਸ਼ਨ ਰੋਲ ਸਰ ਇਸ ਵਿਸ਼ੇ ਦੇ ਆਪਾਂ ਵੀ ਕੋਈ ਮੁੱਦੇ ਮਤਲਬ ਲੈ ਕੇ ਚੱਲ ਰਹੇ ਹਾਂਗੇ ਪੰਜਾਬ ਲੈਵਲ ਤੇ ਲੈ ਕੇ, ਕੁਝ ਤੁਸੀਂ ਵੀ ਪਾਰਟੀ ਵੱਲੋਂ ਲੈ ਕੇ ਜਾ ਰਹੇ ਨੇ ਮੁੱਦੇ, ਕੁਝ ਪਾਣੀ ਦੇ ਮੁੱਦੇ ਲਾ ਲਓ ਜਾਂ ਚੰਡੀਗੜ੍ਹ ਪਾਣੀ ਦੇ ਮੁੱਦੇ ਲਾ ਲਓ ਜੀ। ਉਹਦੇ ਇਲਾਵਾ ਮੈਂ ਤਾਂ ਕਹਾਂਗਾ ਸਭ ਤੋਂ ਸਾਰੀ ਗੱਲਾਂ ਛੱਡੋ ਬਾਅਦ, ਸਭ ਤੋਂ ਪਹਿਲਾਂ ਜਿਹੜੇ ਉਹਨਾਂ ਨੇ ਇਲੈਕਸ਼ਨ ਪ੍ਰੋਮਿਸਿਸ ਕੀਤੇ ਸੀਗੇ ਉਹ ਕਿੱਥੇ ਨੇ। ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ 1000 ਰੁਪਏ ਹਰ 18 ਸਾਲ ਤੋਂ ਉੱਪਰ ਹਰ ਅਸੀਂ ਮਾਂ ਨੂੰ, ਭੈਣ ਨੂੰ 1000 ਰੁਪਏ ਹਰ ਲੇਡੀ ਨੂੰ ਦੇਵਾਂਗੇ, ਕਿੱਥੇ ਨੇ ਉਹ? ਗੱਲ ਹੀ ਨਹੀਂ ਕਰਦੇ, ਉਹ ਸਵਾਲ ਹੀ ਨਹੀਂ ਚੁੱਕਦੇ। ਉਹ 1000 ਰੁਪਏ ਗੱਲ, ਕੋਈ ਗੱਲ ਨਹੀਂ, ਕੋਈ ਬਜਟ ਨਹੀਂ, ਕੋਈ ਉਹਦੇ ਬਾਰੇ ਗੱਲ ਵੀ ਨਹੀਂ ਕਰਦਾ। ਸਰੰਡਰ ਦੀ ਵੀ ਗੱਲ ਕੀਤੀ ਸੀ, ਕਿਹਦੇ ਬਾਰੇ ਜੀ? ਸਰੰਡਰ ਦੀ ਵੀ ਗੱਲ ਕੀਤੀ ਸੀ, ਹੁਣ ਤੁਸੀਂ ਗੱਲ ਕਰੋ, ਮੈਂ ਇੱਕ ਇੱਕ ਕਰਕੇ ਮੁੱਦੇ ਤੇ ਆ ਰਿਹਾ। 5 ਲੱਖ ਨੌਕਰੀਆਂ, 25 ਲੱਖ ਨੌਕਰੀਆਂ ਉਹਨਾਂ ਨੇ 5 ਸਾਲਾਂ ਵਿੱਚ ਦੇਣੀ ਸੀ। ਤੁਸੀਂ ਲਾਓ 5 ਲੱਖ ਸਾਲ ਦੀ ਹੋ ਗਈਆਂ ਅਪਰੋਕਸੀਮੇਟਲੀ, ਜੇ ਆਪਾਂ ਡਿਵਾਈਡ ਕਰ ਲਈ ਅੱਗੇ ਹੋਰ 12 ਨਾਲ, 40,000 ਨੌਕਰੀਆਂ ਇੱਕ ਮਹੀਨੇ ਵਿੱਚ ਆਉਣੀਆਂ ਚਾਹੀਦੀਆਂ ਸੀ। 6 ਮਹੀਨੇ ਹੋ ਗਏ, 2,40,000 ਨੌਕਰੀਆਂ ਕਿੱਥੇ ਨੇ? ਉਹ ਸੈਂਡ ਦੀ ਗੱਲ ਕਰਦੇ ਸੀ, ਸੈਂਡ ਦੀ ਗੱਲ, ਰੇਤਾ ਦੀ ਗੱਲ ਕਰਦੇ ਸੀ। ਮੈਂ ਆਪ 37 ਰੁਪਏ ਦਾ ਰੇਤਾ ਖਰੀਦਿਆ ਹਫਤਾ ਪਹਿਲਾਂ ਮੁਹੱਲੀ ਵਿੱਚ ਜੀ। ਕਿੱਥੇ ਨੇ ਇਹਨਾਂ ਦੇ ਪ੍ਰੋਮਿਸਿਸ? ਇਹਨਾਂ ਨੇ ਕਿਹਾ ਸੀਗਾ ਗਵਰਨਮੈਂਟ ਜੌਬ ਵਿੱਚ 33% ਰਿਜ਼ਰਵੇਸ਼ਨ ਦੇਵਾਂਗੇ ਲੇਡੀਜ਼ ਵਾਸਤੇ, ਉਹ ਕੋਈ ਗੱਲ ਨਹੀਂ। ਇਹਨਾਂ ਨੇ ਪਹਿਲਾਂ ਕਿਹਾ ਸੀਗਾ 300 ਯੂਨਿਟ ਬਿਜਲੀ ਦੇ ਫ੍ਰੀ ਦੇਵਾਂਗੇ, ਹੁਣ ਕਰਤੇ ਅਪ ਟੂ। ਕਈ ਐਸੇ ਵੀ ਨੇ ਜਿਹੜੇ ਦੱਸ ਰਹੇ ਨੇ ਵੀ ਸਾਡਾ ਬਿਜਲੀ ਦਾ ਬਿੱਲ ਮਾਫੀ ਨਹੀਂ ਹੋਇਆ। ਮਤਲਬ ਇੰਨੇ ਇਹਨਾਂ ਨੇ, ਮੈਂ ਉਹਨਾਂ ਦਾ ਬਲਕਿ ਮੇਰੇ ਕੋਲ ਹੈਗਾ ਉਹ ਕਾਪੀ ਪਈ ਹੈ ਉਹਨਾਂ ਦੇ, ਜਿਹੜਾ ਉਹਨਾਂ ਦਾ ਮੈਨੀਫੈਸਟੋ, ਉਹਨਾਂ ਨੇ ਆਪਦਾ ਗਾਰੰਟੀ ਪੱਤਰ ਕੱਢਿਆ ਸੀਗਾ, ਉਹਨਾਂ ਨੇ ਇਸ਼ਤਿਹਾਰ ਦਿੱਤੇ ਸੀਗੇ। ਅਸੀਂ ਪੁੱਛਾਂਗੇ ਆਉਣ ਵਾਲੇ ਸਮੇਂ ਵਿੱਚ, ਸ਼ੁਰੂ ਕਰਾਂਗੇ ਤੁਸੀਂ ਕਿੱਥੇ ਹੋ, ਕਿੱਥੇ ਤੁਹਾਡੇ ਵਾਅਦੇ ਹੋ। ਦੇਖੋ ਕਰਨੀ, ਜੇ ਤੁਸੀਂ ਅਨਾਉਂਸ ਕੀਤਾ ਤਾਂ ਕਰੋ। ਤੁਸੀਂ ਜੇ ਉਹਨਾਂ ਦੀ ਲਿਕਰ ਪਾਲਿਸੀ, ਕੇਜਰੀਵਾਲ ਜੀ ਨੇ ਤੇ ਭਗਵੰਤ ਮਾਨ ਜੀ ਨੇ ਬੜੇ ਇੱਥੇ ਆ ਕੇ ਉਹਨੂੰ ਆਪਦੇ ਵੱਲੋਂ ਲੋਕਾਂ ਨੂੰ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਜਿਹੜੀ ਲਿਕਰ ਪਾਲਿਸੀ ਹੈ ਸਭ ਤੋਂ ਵੱਡੀ ਹੈ, ਸਭ ਤੋਂ ਬੈਸਟ ਪਾਲਿਸੀ ਹੈ ਕੰਟਰੀ ਦੀ। ਕੀ ਹੋਇਆ?
ਇਹਨਾਂ ਨੇ ਬੀਜੇਪੀ ਨੇ ਇਹਨਾਂ ਦੇ ਇਨਵੈਸਟੀਗੇਸ਼ਨ ਕਰਾਈ, ਸੀਬੀਆਈ ਨੇ। ਮੈਂ ਇੱਕ ਵਾਰ ਗੱਲ ਨੂੰ ਮੈਂ ਸਾਈਡ ਤੇ ਰੱਖਦਾ, ਤੁਸੀਂ ਵਿਡਰਾ ਕਿਉਂ ਕੀਤੀ? ਜੇ ਤੁਸੀਂ ਸ਼ੋਰ ਸੀਗੇ ਕਿ ਸਾਡੀ ਲਿਕਰ ਪਾਲਿਸੀ ਵਧੀਆ ਨੇ, ਵਧੀਆ ਬੈਸਟ ਹੈ, ਤੁਸੀਂ ਕਿਉਂ ਉਹਨੂੰ ਵਾਪਸ ਲਿੱਤਾ? ਬਿਲਕੁਲ ਜੀ। ਤੇ ਲੋਕ ਗੁੰਮਰਾਹ ਕਰ ਲੋਕਾਂ ਨੂੰ। ਹੁਣ ਤੁਸੀਂ ਪੂਰੇ ਹਿੰਦੁਸਤਾਨ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ, ਟੈਕਸ ਪੇਅਰ ਦਾ ਪੈਸਾ ਯੂਜ਼ ਕਰਕੇ, ਇਸਤੇਮਾਲ ਕਰਕੇ ਗੋਆ, ਗੁਜਰਾਤ, ਹਿਮਾਚਲ ਹਰ ਜਗ੍ਹਾ ਪੇਪਰ ਵਿੱਚ ਇਸ਼ਤਿਹਾਰ ਦੇ ਰਹੇ ਹੋ, ਐਡ ਦੇ ਰਹੇ ਹੋ। ਇਹਨਾਂ ਨੇ ਜਦੋਂ ਮੁੱਖ ਮੰਤਰੀ ਬਣੇ ਉਸ ਤੋਂ ਸ਼ਾਇਦ ਮਹੀਨਾ ਬਾਅਦ ਇੱਕ ਐਡ ਦਿੱਤੀ ਕਿ ਹੁਣ ਅੱਜ ਤੋਂ ਬਾਅਦ ਗੱਡੀਆਂ ਦੀ ਰਜਿਸਟ੍ਰੇਸ਼ਨ ਵਾਸਤੇ ਲੋਕਾਂ ਨੂੰ ਸ਼ਾਇਦ ਆਰਟੀਓ ਨਹੀਂ ਜਾਣਾ ਪਏਗਾ। ਇਹ ਕੰਮ ਤਾਂ ਬੜੇ ਸਾਲਾਂ ਦਾ ਹੋ ਰਿਹਾ। ਇੱਕ ਸਰ ਹੋਰ ਚਰਚਾ ਚੱਲ ਰਹੀ ਹੈ, ਪਹਿਲਾਂ ਤਾਂ ਚੱਲ ਰਿਹਾ ਕੰਮ ਹੈ, ਉਹਦੀ ਇਸ਼ਤਿਹਾਰ ਤੁਸੀਂ ਦੇਈ ਜਾ ਰਹੇ ਹੋ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ? ਇਹ ਤਾਂ ਪਬਲਿਕ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਬਾਰੇ, ਤਾਂ ਇਸ਼ਤਿਹਾਰ ਜਿਹੜੇ ਲੱਗੇ ਨੇ ਉਹ ਪੂਰੇ ਨਹੀਂ ਹੋਈ ਗੱਲਾਂ। ਇਹ ਜਿਹੜਾ ਹੁਣ ਮੁੱਦਾ ਇਹਨਾਂ ਨੇ ਚੱਕਿਆ ਸੀਗਾ ਵੀ 25 ਕਰੋੜ ਰੁਪਈਆ ਇੱਕ ਵਿਧਾਇਕ ਨੂੰ ਦੇ ਰਹੇ ਨੇਗੇ ਬੀਜੇਪੀ ਵੱਲੋਂ, ਕੀ ਮੰਨਦੇ ਹੋ ਕਿੰਨੀ ਸੱਚਾਈ ਇਸ ਚੀਜ਼ ਦੀ? ਦੇਖੋ ਸੱਚਾਈ ਹੈਗੀ ਹੈ ਕਿ ਨਹੀਂ, ਮੈਂ ਤਾਂ ਕੁਝ ਨਹੀਂ ਕਹਿ ਸਕਦਾ, ਲੇਕਿਨ ਬੀਜੇਪੀ ਨੇ ਜਿਸ ਹਿਸਾਬ ਦੇ ਨਾਲ ਪੂਰੇ ਦੇਸ਼ ਵਿੱਚ ਸਰਕਾਰਾਂ ਤੋੜੀਆਂ ਨੇ, ਕੋਈ ਇਸ ਗੱਲ ਨੂੰ ਸ਼ਾਇਦ ਡਿਨਾਈ ਵੀ ਨਹੀਂ ਕਰ ਸਕਦਾ। ਹੋ ਵੀ ਸਕਦਾ ਕਿ ਹੋ ਵੀ ਸਕਦਾ ਹੈ, ਕਿਉਂਕਿ ਇਹ ਹੋਇਆ ਹੈ। ਮਹਾਰਾਸ਼ਟਰ 'ਚ ਆਪਾਂ ਦੇਖਿਆ 40 ਐਮਐਲਏ ਤੋੜ ਲਏ, ਗੋਆ ਵਿੱਚ 8 ਐਮਐਲਏ ਫਿਰ ਤੋੜ ਲਏ ਕਾਂਗਰਸ ਦੇ, ਉਹ ਮੇਘਾਲਿਆ ਵਿੱਚ, ਉਹ ਉੱਥੇ ਜਿਹੜੀ ਮਰਜ਼ੀ ਸਟੇਟ ਤੁਸੀਂ ਚਲੇ ਜਾਓ। ਆਪਾਂ ਇਹਨਾਂ ਨੇ ਫਿਰ ਕਰਨਾਟਕਾ 'ਚ ਇਹ ਕੰਮ ਕੀਤਾ, ਮੱਧ ਪ੍ਰਦੇਸ਼ 'ਚ ਕੰਮ ਕੀਤਾ, ਰਾਜਸਥਾਨ 'ਚ ਪਹਿਲਾਂ ਕੋਸ਼ਿਸ਼ ਕੀਤੀ, ਝਾਰਖੰਡ 'ਚ ਵੀ ਸ਼ਾਇਦ ਕੋਸ਼ਿਸ਼ ਚੱਲ ਰਹੀ ਸੀਗੀ। ਇੱਕ ਗੱਡੀ ਵੀ ਫੜੀ ਗਈ ਸੀ ਜਿਸ ਸ਼ਾਇਦ ਕੁਝ ਕੈਸ਼ ਨਿਕਲਿਆ ਸੀਗਾ ਜਿਹੜਾ ਵੈਸਟ ਬੰਗਾਲ ਜਾ ਰਿਹਾ ਸੀਗਾ। ਪਤਾ ਜੇ ਤੁਸੀਂ ਸਾਰੀ ਗੱਲਾਂ ਦੇਖੋ ਤੁਹਾਨੂੰ ਲੱਗਦਾ ਹੈ ਕਿ ਯਾਰ ਹੋ ਸਕਦਾ ਇੱਥੇ ਵੀ ਹੋ ਰਿਹਾ ਹੋਵੇ। ਬਿਲਕੁਲ। ਲੇਕਿਨ ਇਹ ਬਹੁਤ ਜ਼ਰੂਰੀ ਹੈ ਕਿ ਇਸ ਗੱਲ ਨੂੰ ਇਨਵੈਸਟੀਗੇਟ ਕੀਤਾ ਜਾਵੇ। ਇਨਵੈਸਟੀਗੇਸ਼ਨ ਮੌਜੂਦਾ ਸਰਕਾਰ ਕਰ ਸਕਦੀ ਹੈ, ਜਾਂ ਤਾਂ ਪੰਜਾਬ ਦੀ ਜਾਂ ਸੈਂਟਰ ਦੀ। ਠੀਕ ਹੈ, ਪੰਜਾਬ ਦੀ ਸਰਕਾਰ ਇਨਵੈਸਟੀਗੇਟ ਕਰੇ, ਚੀਜ਼ ਨੂੰ ਅੱਗੇ ਲੈ ਕੇ ਆਵੇ। ਬਿਲਕੁਲ ਆਣੀ ਚਾਹੀਦੀ ਹੈ ਅੱਗੇ। ਬਿਲਕੁਲ ਜੀ ਸਰ। ਜਿਹੜੇ ਹੁਣ ਤੁਹਾਡੀ ਇੱਕ ਰਿਸਪੌਂਸਿਬਿਲਿਟੀ ਹੈ, ਜ਼ਿੰਮੇਵਾਰੀ ਦਿੱਤੀ ਕਿ ਹਲਕੇ ਨੂੰ ਜੀ ਢਿੱਲੋਂ ਸਾਹਿਬ ਜੀ ਦੇ ਮੁੱਦੇ ਕੁਛ ਹੋਰ ਸੀਗੇ, ਉਹ ਦੱਸਿਆ ਜਾ ਰਿਹਾ ਕਿ ਨਹੀਂ ਪੂਰੇ ਚੜੇ, ਜਨਤਾ ਨਾਰਾਜ਼ ਸੀ, ਚਲੋ ਚਲੇ ਗਏ, ਜਨਤਾ ਨੇ ਦਿਖਾ ਦਿੱਤਾ ਵੀ ਸਾਡੀ ਨਾਰਾਜ਼ਗੀ ਹੈ। ਚਲੋ ਆਪਾਂ ਨੂੰ ਵੀ ਨਵੇਂ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਕੁਝ ਹਵਾ ਵੀ ਕੁਝ ਹੋਰ ਚੱਲਦੀ ਸੀ, ਉਸ ਵਿੱਚ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਕਿਉਂਕਿ ਪੂਰੇ ਪੰਜਾਬ ਵਿੱਚ ਹੀ ਵੱਡੀ ਹਸਤੀਆਂ ਨਾਲ ਇੱਦਾਂ ਹੋਏਗਾ ਜੀ। ਪਰ ਜਿਹੜੇ ਆਪਾਂ ਮੁੱਦੇ ਲੈ ਕੇ ਚੱਲ ਰਹੇ ਆਂਗੇ ਪਬਲਿਕ ਵਾਸਤੇ, ਆਪਾਂ ਆਪਦੇ ਹਲਕੇ ਵਾਸਤੇ, ਉਹ ਕਿਹੜੇ ਖਾਸ ਜਿਹੜੇ ਤੁਹਾਨੂੰ ਹੁਣ ਤੱਕ ਨਜ਼ਰ ਨਹੀਂ ਆਏ? ਦੇਖੋ ਜੀ, ਉੱਪਰ ਬਰਨਾਲੇ ਨੂੰ ਬਹੁਤ ਚੀਜ਼ਾਂ ਦੀ ਲੋੜ ਹੈ, ਜਿਵੇਂ ਪਹਿਲਾਂ ਵੀ ਕਿਹਾ ਸੀਗਾ। ਬਰਨਾਲੇ ਨੂੰ ਸਭ ਮੈਂ ਕਹਾਂਗਾ ਵਧੀਆ ਕਾਲਜ ਹੋਵੇ, ਹਸਪਤਾਲ ਹੋਵੇ, ਸੜਕਾਂ ਹੋਣ, ਸਫਾਈ ਹੋਵੇ, ਨੌਕਰੀ ਹੋਵੇ, ਸਭ ਚੀਜ਼ ਦੀ ਲੋੜ ਹੈ। ਮੈਂ ਤਾਂ ਅੱਜ ਇਹ ਰਿਕੁਐਸਟ ਕਰਾਂਗਾ ਮੌਜੂਦਾ ਸਰਕਾਰ ਨੂੰ, ਲੋਕਾਂ ਨੇ ਬੜੀ ਆਸ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਈ। ਉਹਨਾਂ ਦੀ ਬੜੀ ਡਿਮਾਂਡ ਸੀ ਬੜੀ ਦੇਰ ਦੀ ਕਿ ਸਾਡਾ ਹਮੇਸ਼ਾ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਕਿ ਐਮਐਲਏ ਕੋਈ ਹੋਰ ਤੇ ਪਾਰਟੀ ਜਿਹੜੀ ਹੁੰਦੀ ਹੈ ਸਟੇਟ ਵਿੱਚ ਪਾਵਰ 'ਚ ਉਹ ਕੋਈ ਹੋਰ ਹੁੰਦੀ ਹੈ। ਬਿਲਕੁਲ ਜੀ। ਸ਼ਾਇਦ ਪਹਿਲੀ ਵਾਰ ਇਹ ਬੜੀ ਦੇਰ ਬਾਅਦ ਇੱਕ ਮੌਕਾ ਆਇਆ ਜਿਹਦੇ ਰਾਹੀਂ ਉਹਨਾਂ ਕੋਲ ਐਮਐਲਏ ਵੀ ਆਪਣਾ ਮਤਲਬ ਉਸੇ ਪਾਰਟੀ ਦਾ, ਬਿਲਕੁਲ ਜੀ, ਜਿਹੜੀ ਪਾਰਟੀ ਅੱਜ ਦੇ ਦਿਨ ਸਰਕਾਰ ਚਲਾ ਰਹੀ ਹੈ, ਤੇ ਉਹ ਮੰਤਰੀ ਵੀ ਹੈ ਜੀ। ਬਿਲਕੁਲ। ਇਸ ਤੋਂ ਵਧੀਆ ਕੰਬੀਨੇਸ਼ਨ ਤਾਂ ਸ਼ਾਇਦ ਬਰਨਾਲੇ ਨੂੰ ਕਦੇ ਮਿਲ ਨਹੀਂ ਸਕਦਾ, ਮਿਲੀ ਨਹੀਂ ਸੀ ਨਾ ਮਿਲਿਆ ਸੀਗਾ ਨਾ ਮਿਲ ਸਕਦਾ ਹੈ। ਫੇਰ ਹੀ ਮਿਲ ਸਕਦਾ ਜੇ ਕਦੋਂ ਕੋਈ ਹੋਰ ਪਾਰਟੀ ਹੋਵੇ, ਉਹਦਾ ਐਮਐਲਏ ਵੀ ਮੰਤਰੀ ਹੋਵੇ। ਬਿਲਕੁਲ ਜੀ। ਠੀਕ ਹੈ, ਅਸੀਂ ਨਾਰਮਲ ਸਿਚੁਏਸ਼ਨ ਦੀ ਗੱਲ ਕਰੀਏ ਤੇ ਅੱਜ ਦੇ ਦਿਨ ਵੀ ਜੇ ਲੋਕਾਂ ਦੇ ਕੰਮ ਨਹੀਂ ਹੋਣਗੇ ਤਾਂ ਫਿਰ ਕਿਤੇ ਨਾ ਕਿਤੇ ਕਮੀ ਇੰਟੈਂਸ਼ਨ ਦੀ ਹੈਗੀ ਹੈ ਤੇ ਕਮੀ ਕੰਮ ਕਰਨ ਦੀ ਉਸ ਸੋਚ ਵਿੱਚ ਹੈਗੀ ਹੈ। ਤੇ ਹਲੇ ਤਾਂ ਕੋਈ ਵੀ ਕਹਿ ਸਕਦਾ ਕਿ ਹਾਂ ਹਲੇ ਸਾਨੂੰ, ਪਹਿਲਾਂ ਤਾਂ ਕਹਿੰਦੇ ਸੀ 1 ਮਹੀਨਾ ਹੀ ਹੋਇਆ, ਹੁਣ ਸ਼ਾਇਦ ਕਹਿਣਗੇ 6 ਮਹੀਨੇ ਹੋਏ ਨੇ ਸਾਨੂੰ, ਤਾਂ ਦੇਖਦੇ ਹਾਂ ਆਪਾਂ। ਲੇਕਿਨ ਮੈਂ ਰਿਕੁਐਸਟ ਕਰਾਂਗਾ, ਮੈਂ ਰਾਜਨੀਤੀ 'ਚ ਨਹੀਂ ਪੈਣਾ ਚਾਹੁੰਦਾ ਇਸ ਗੱਲ ਦੀ, ਅੱਜ ਦੇ ਦਿਨ ਮੈਂ ਇਹ ਚਾਹੁੰਦਾ ਹੈ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨੂੰ ਉਹ ਵਾਅਦੇ ਪੂਰੇ ਹੋਣ। ਕਿਉਂਕਿ ਦੇਖੋ ਇੱਕ ਆਮ ਆਦਮੀ ਦੀ ਇੱਕ ਆਸ ਹੁੰਦੀ ਹੈ ਜਦੋਂ ਕੋਈ ਬੰਦਾ ਚੁਣ ਕੇ ਆਉਂਦਾ ਹੈ ਕਿ ਯਾਰ ਮੇਰੇ ਕੁਝ ਕੰਮ ਹੋਣਗੇ ਤੇ ਮੇਰੇ ਜਿਹੜਾ ਜੀਵਨ ਹੈ ਉਸ ਕੁਝ ਬਿਹਤਰੀ ਹੋਏਗੀ। ਉਹ ਜਿਹੜਾ ਉਹਦਾ ਕੌਨਫੀਡੈਂਸ ਹੈ, ਉਹ ਵਿਸ਼ਵਾਸ ਹੈ, ਉਹਨੂੰ ਤੱਕਾ ਨਹੀਂ ਪਹੁੰਚਣਾ ਚਾਹੀਦਾ ਤੇ ਉਹਦੇ ਕੰਮ ਹੋਣੇ ਚਾਹੀਦੇ ਨੇ, ਭਾਵੇਂ ਜੋ ਮਰਜ਼ੀ ਸਰਕਾਰ ਕਰਾਵੇ। ਸਰ ਇਹ ਤਾਂ ਮੌਜੂਦਾ ਨੇ ਪਾਰਟੀ ਦੇ ਵਿੱਚ ਵੀ ਨੇ, ਸਰਕਾਰ ਵੀ ਇਹਨਾਂ ਦੀ ਹੈ, ਲੀਡਰ ਵੀ ਨੇਗੇ, ਤਾਂ ਉਮੀਦਵਾਰ ਖੜੇ ਨੇ। ਉਸ ਤੋਂ ਬਾਅਦ ਦੂਜੀ ਉਮੀਦ ਪਤਾ ਕਿੰਨਾ ਤੇ ਸਰ ਇਸ ਟਾਈਮ? ਦੂਜੀ ਉਮੀਦ ਮਨੀਸ਼ ਬੰਸਲ ਜੀ ਤੇ ਸ਼ਹਿਰ ਵਾਸੀਆਂ ਨੂੰ, ਕਿ ਉਹ ਤੋਂ ਬਾਅਦ ਤੀਸਰਾ ਕੋਈ ਕੈਂਡੀਡੇਟ, ਕੋਈ ਲੀਡਰ, ਕੋਈ ਨਹੀਂ ਚਮਕ ਰਿਹਾ ਬਰਨਾਲੇ ਸ਼ਹਿਰ 'ਚ ਜਿਹੜਾ ਕਿ ਲੋਕਾਂ ਦੀ ਉਮੀਦ। ਉਹ ਦੂਜੀ ਉਮੀਦ ਤੁਹਾਡੇ ਤੇ ਹੈ, ਉਹੀ ਉਮੀਦ ਦੀ ਮੈਂ ਗੱਲ ਕਰ ਰਿਹਾ ਸੀ ਵੀ ਤੁਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਨ ਦੀ ਤਿਆਰੀ ਰੱਖ ਰਹੇ ਹੋ। ਬਿਲਕੁਲ, ਚਾਹੇ ਮੌਜੂਦਾ ਨਹੀਂ ਹੈ ਵਿਧਾਇਕ, ਫਿਰ ਵੀ ਸਰ ਤੁਸੀਂ ਕੀ ਪਲਾਨ ਲੈ ਕੇ ਚੱਲ ਰਹੇ ਹੋ? ਮੇਰੀ ਕੋਸ਼ਿਸ਼ ਇਹੀ ਰਹੇਗੀ ਜਿਹੜੇ ਲੋਕਾਂ ਦੇ ਕੰਮ ਨੇ, ਦੇਖੋ ਕਿ ਅਸੀਂ ਉਹ ਕਰਾ ਸਕੀਏ। ਆਪਾਂ ਅੱਜ ਦੇ ਦਿਨ ਲੋਕ ਜਾ ਕੇ ਜੇ ਅਫਸਰਾਂ ਨੂੰ ਮਿਲਣਾ ਹੈ ਉਹਨਾਂ ਨੂੰ ਰਿਕੁਐਸਟ ਕਰਨੀ ਹੈ, ਮੰਤਰੀ ਸਾਹਿਬ ਨੂੰ ਮਿਲਣੇ ਉਹਨਾਂ ਨੂੰ ਰਿਕੁਐਸਟ ਕਰਨੀ ਹੈ, ਮੈਂ ਸਾਰਾ ਕੁਝ ਕਰਾਂਗਾ। ਲੋਕਾਂ ਦੇ ਕੰਮ ਉਹਨਾਂ ਕੋਲ ਲੈ ਕੇ ਜਾਵਾਂਗਾ, ਉਹਨਾਂ ਦੇ ਦੁੱਖ ਸੁੱਖ ਵਿੱਚ ਨਾਲ ਖੜਦਾ ਰਿਹਾ, ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜਾ ਵੀ ਰਵਾਂਗਾ। ਤੇ ਜਿਹੜੇ ਉਹਨਾਂ ਦੇ ਕੰਮ ਨੇ ਲੋਕਲ, ਸਾਡੇ ਬਰਨਾਲੇ ਦੇ ਜਿਹੜੇ ਕੋਈ ਕੰਮ ਨੇ ਜਿੱਥੋਂ
ਕਿਤੋਂ ਵੀ ਹੋ ਸਕਦੇ ਨੇ। ਮੈਂ ਪੂਰੀ ਕੋਸ਼ਿਸ਼ ਕਰਦਾ ਵੀ ਪਿਆ ਤੇ ਮੈਂ ਕੰਮ ਕਰਦਾ ਵੀ ਰਵਾਂਗਾ ਕਿ ਉਹਨਾਂ ਦੇ ਕੰਮ ਮੈਂ ਕਰਾਵਾਂ, ਕਿਉਂਕਿ ਮੇਰਾ ਉੱਥੇ ਇੱਕ ਹੀ ਪਰਪਸ ਹੈਗੀ ਆ, ਇੱਕ ਹੀ ਜਿਹੜਾ ਕਹਿ ਸਕਦਾ ਕਿ ਮੇਰੀ ਸੋਚ ਹੈਗੀ ਹੈ ਕਿ ਕਿਵੇਂ ਲੋਕਾਂ ਦੀ ਸੇਵਾ ਕਰਾਂ, ਉੱਥੇ ਕੰਮ ਕਰਾਂ। ਬਿਕੋਜ਼ ਮੇਰਾ ਉੱਥੇ ਜਾਣ ਦਾ ਪਰਪਸ ਹੋਰ ਕੋਈ ਨਹੀਂ, ਸਾਡੀ ਜੜ੍ਹਾਂ ਨੇ। ਮੈਨੂੰ ਮੌਕਾ ਮਿਲਿਆ ਆਪਦੇ ਪੁਰਾਣੇ ਐਂਸੈਸਟਰਲ ਹੋਮ ਟਾਊਨ ਜਾ ਕੇ ਉੱਥੇ ਲੋਕਾਂ ਦੀ ਸੇਵਾ ਕਰਨ ਦਾ। ਇਹ ਜਿਹੜੀ ਫੀਲਿੰਗ ਹੈ ਇਹ ਮੇਰੇ ਵਾਸਤੇ ਸਭ ਤੋਂ ਵੱਡੀ ਹੈ। ਬਿਲਕੁਲ ਮੈਂ ਉਸ ਫੀਲਿੰਗ ਲਈ ਕਿ ਇਕੱਲਾ ਮੇਰਾ ਨਾਂ ਨਹੀਂ ਜੁੜਿਆ, ਮੇਰੇ ਪਰਿਵਾਰ ਦਾ ਨਾਂ ਜੁੜਿਆ, ਮੇਰੇ ਪੁਰਖਾਂ ਦਾ ਨਾਂ ਜੁੜਿਆ, ਤੇ ਜੇ ਅੱਜ ਉਹਨਾਂ ਨੇ ਕੁਝ ਚੰਗਾ ਕੰਮ ਪਹਿਲਾਂ ਕੀਤਾ ਇਸ ਕਰਕੇ ਮੈਨੂੰ ਅੱਜ ਪਾਰਟੀ ਨੇ ਉੱਥੇ ਭੇਜਿਆ, ਤੇ ਮੈਂ ਜਿਹੜਾ ਉਹ ਨਾਂ ਹੈ ਉਹਨੂੰ ਬਰਕਰਾਰ ਰੱਖਾਂ। ਉਹ ਤਾਂ ਹੀ ਹੋ ਸਕਦਾ ਜੇ ਮੈਂ ਉੱਥੇ ਲੋਕਾਂ ਵਿੱਚ ਉਹਨਾਂ ਦੇ ਕੰਮ ਕਰਾਵਾਂਗਾ, ਵਿਚਰਾਂਗਾ ਉਹਨਾਂ ਵਿੱਚ। ਉਹ ਮੇਰੀ ਕੋਸ਼ਿਸ਼ ਰਹੇਗੀ। ਤੋ ਗੱਲ ਕਰ ਰਹੇ ਸੀ ਮਨੀਸ਼ ਜੀ ਨਾਲ, ਬੜੇ ਹੀ ਵਧੀਆ ਸ਼ਬਦਾਂ ਵਿੱਚ ਇਹਨਾਂ ਨੇ ਦੱਸਿਆ ਕਿ ਜੋ ਇਹਨਾਂ ਦੀ ਪਿਛੋਕੜ ਹੈਗਾ, ਬਜ਼ੁਰਗਾਂ ਨੇ ਜੋ ਪਹਿਚਾਣ ਬਣਾਈ ਹੈ ਉਸ ਨੂੰ ਬਰਕਰਾਰ ਰੱਖਣਾ ਗਾ, ਹਲਕੇ ਦਾ ਆਪਣੇ ਦਾ ਵਿਕਾਸ ਕਰਨਾ ਗਾ, ਚਾਹੇ ਸਰਕਾਰ ਹੋਵੇ ਨਾ ਹੋਵੇ, ਤੇ ਉਹਨਾਂ ਦੇ ਦੁੱਖ ਸੁੱਖ 'ਚ ਹਮੇਸ਼ਾ ਖੜਨਾ ਤੇ ਖੜਦੇ ਹੀ ਰਹਿਣਗੇ। ਬਾਕੀ ਜੋ ਸੈਂਟਰ ਦੀ ਜਾਂ ਸਟੇਟ ਦੀ ਗੱਲਾਂ ਬਾਤ ਉਹ ਸਭ ਨੂੰ ਪਤਾ ਹੀ ਹੈ। ਤੇ ਆਪਾਂ ਹੁਣ ਨੈਕਸਟ ਟਾਈਮ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਨਾਲ, ਆਗਿਆ ਲਵਾਂਗੇ ਮਨੀਸ਼ ਬਾਂਸਲ ਜੀ ਤੋਂ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।